ਜਿਸ ਤਰ੍ਹਾਂ ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ ਕੁਝ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਖੇਤੀ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਹੱਲ ਕੀਤੀਆਂ ਜਾਣ। ਡਾਕਟਰ ਸੁਰਿੰਦਰ ਦਲਾਲ ਦੀ ਨੇ ਗੱਲ ਕੀਤੀ ਸੀ। ਉਹ ਜੀਨ ਦੇ ਵਿੱਚ ਖੇਤੀਬਾੜੀ ਵਿਭਾਗ ਵਿੱਚ ਐਗਰੀਕਲਚਰ ਡਿਵੈਲਪਮੈਂਟ ਅਫਸਰ ਸਨ। ਵੈਸੇ ਉਹ ਬੀਜਾਂ ਦੇ ਵਿਗਿਆਨੀ ਸਨ, ਬਰੀਡਰ ਸਾਇੰਟਿਸਟ ਸਨ। ਸਾਲ ਕੁ ਉਹਨਾਂ ਨੇ ਕੁਰੂਕਸ਼ੇਤਰ ਜੋ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦਾ ਰਿਸਰਚ ਸਟੇਸ਼ਨ ਹੈ ਉੱਥੇ ਜੋਬ ਕੀਤੀ, ਪਰ ਉਹਨਾਂ ਦਾ ਮਨ ਨਹੀਂ ਲੱਗਿਆ। ਉਹਨਾਂ ਨੇ ਏਡੀਓ ਦੀ ਜੌਬ ਜਿਹੜੀ ਆ ਜੁਆਇਨ ਕੀਤੀ। ਤੁਹਾਨੂੰ ਯਾਦ ਹੋਏਗਾ ਕਿ ਸਾਲ 2000-2001 ਦੇ ਲਾਗੇ ਛਾਗੇ ਨਰਮੇ ਦੇ ਵਿੱਚ ਜਿਹੜਾ ਆ ਗੁਲਾਬੀ ਸੁੰਡੀ ਜਾਂ ਜਿਹੜੀ ਅਮਰੀਕਨ ਸੁੰਡੀ ਆ ਜਾਂ ਟੀਂਡੇ ਨੂੰ ਖਾਣ ਵਾਲੀ ਸੁੰਡੀ ਆ, ਉਹਦਾ ਇੰਨਾ ਜ਼ਿਆਦਾ ਹਮਲਾ ਹੋਇਆ ਸੀ ਕਿ 30 35 ਸਪਰੇਆਂ ਕਰਕੇ ਵੀ ਕਿਸਾਨ ਜਿਹੜੇ ਆ ਉਹ ਥੱਕ ਗਏ ਸੀਗੇ। ਉਹਨਾਂ ਤੋਂ ਸੁੰਡੀ ਜਿਹੜੀ ਆ ਕਾਬੂ ਨਹੀਂ ਆ ਰਹੀ ਸੀ। ਉਹ ਇੱਕ ਅਖਬਾਰ ਦੇ ਵਿੱਚ ਟ੍ਰਿਬਿਊਨ ਇੰਗਲਿਸ਼ ਦੇ ਵਿੱਚ ਆਰਟੀਕਲ ਲਿਖਿਆ। ਉਸ ਆਰਟੀਕਲ 'ਚ ਲਿਖਿਆ ਹੋਇਆ ਸੀ ਕਿ ਇੱਕ 2 ਇੰਚ ਦੀ ਸੁੰਡੀ ਨੇ ਸਾਰੀਆਂ ਕੰਪਨੀਆਂ ਵੀ ਮਾਹਰ ਸੀ ਉਹਦੇ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਨੂੰ ਫੇਲ ਕਰ ਛੱਡਿਆ ਕਿ ਉਹ 2 ਇੰਚ ਦੀ ਸੁੰਡੀ ਕੰਟਰੋਲ 'ਚ ਨਹੀਂ। ਡਾਕਟਰ ਅਸ਼ੋਕ ਸਾਹਿਬ ਕੁਮਾਰ ਹਰਿਆਣਾ ਉਹਨਾਂ ਨੇ ਉਹ ਆਰਟੀਕਲ ਜੋ ਪੜ੍ਹਿਆ ਸੀ ਉਹਦੇ ਵਿੱਚ ਲਿਖਿਆ ਸੀ ਕਿ ਉਹਨਾਂ ਨੂੰ ਬੜਾ ਮਨ ਨੂੰ ਲੱਗਿਆ ਕਿ ਮੈਂ ਜਿਸ ਯੂਨੀਵਰਸਿਟੀ ਤੋਂ ਪੜ੍ਹਿਆ, ਮੈਂ ਜਿਸ ਡਿਪਾਰਟਮੈਂਟ ਵਿੱਚ ਜੌਬ ਕਰਦਾ, ਕਿ ਜਿਹੜਾ ਮੈਂ ਵਿਗਿਆਨ ਪੜ੍ਹਿਆ ਉਹਦੀ ਇੰਨੀ ਜ਼ਿਆਦਾ ਬੇਇੱਜ਼ਤੀ ਹੋਈ, ਜਿੱਦਾਂ ਅਸੀਂ ਪੰਜਾਬੀ 'ਚ ਕਹਿ ਸਕਦੇ ਹਾਂ ਕਿ ਉਹਨਾਂ ਦੀ ਅਣਖ ਜਿਹੜੀ ਆ ਉਹ ਜਾਗੀ ਕਿ ਨਹੀਂ, ਇਹ ਤਾਂ ਬੜੀ ਮਾੜੀ ਗੱਲ ਹੈ ਕਿ ਕਿਸ ਤਰ੍ਹਾਂ ਜਿਹੜਾ ਆ ਮੇਰੀ ਯੂਨੀਵਰਸਿਟੀ ਫੇਲ ਹੋ ਸਕਦੀ ਹੈ, ਕਿ ਵਿਗਿਆਨ ਇਸ ਤਰ੍ਹਾਂ ਕੇ ਨਾਲ ਫੇਲ ਹੋ ਸਕਦਾ। ਉਹਨਾਂ ਨੇ ਫਿਰ ਇੱਕ ਪ੍ਰਣ ਲਿਆ ਕਿ ਮੈਂ ਹੁਣ ਇਹਦੇ ਬਾਰੇ ਕੁਛ ਨਾ ਕੁਛ ਜ਼ਰੂਰ ਕਰੂੰਗਾ। ਉਹਨਾਂ ਨੇ ਕਈ ਤਰ੍ਹਾਂ ਦੇ ਤਜਰਬੇ ਕਰਨੇ ਸ਼ੁਰੂ ਕੀਤੇ। IPM ਜਿਹੜਾ ਸੀ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਜਾਂ ਪੰਜਾਬੀ 'ਚ ਸਰਵਪੱਖੀ ਕੀਟ ਪ੍ਰਬੰਧ ਹੈ, ਉੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ। ਸੋ ਤਜਰਬੇ ਕਰਦਿਆਂ ਕਰਦਿਆਂ ਉਹਨਾਂ ਨੂੰ ਦੇਖਿਆ ਕਿ ਅਸੀਂ ਕੀੜਿਆਂ ਨੂੰ ਮਾਰਨ, ਕੀੜਿਆਂ ਨੂੰ ਕੰਟਰੋਲ ਕਰਨ ਜਾਂ ਕੀੜਿਆਂ ਦੇ ਪ੍ਰਬੰਧ ਕਰਨ ਬਾਰੇ ਜਿੰਨੀ ਵੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਇੱਕੋ ਚੀਜ਼ ਸਾਹਮਣੇ ਆਉਂਦੀ ਹੈ ਕਿ ਇਹ ਜਿਹੜੀ ਕੀੜੇ ਤੇ ਕਿਸਾਨ ਦੀ ਲੜਾਈ ਆ, ਉਹਦੇ ਵਿੱਚ ਲਗਾਤਾਰ ਜਿਹੜੀ ਆ ਕਿਸਾਨ ਦੀ ਜਿਹੜੀ ਹਾਰ ਹੋ ਰਹੀ ਤੇ ਕੀੜਾ ਜਿੱਤ ਰਿਹਾ। ਸੋ ਇਹ ਤਜਰਬੇ ਕਰਦਿਆਂ ਕਰਦਿਆਂ ਉਹਨਾਂ ਨੇ ਖੋਜ ਕੀਤੀ ਕਿ ਕੀੜਿਆਂ ਨੂੰ ਮਾਰਨ, ਕੰਟਰੋਲ ਕਰਨ ਜਾਂ ਉਹਨਾਂ ਦਾ ਕੋਈ ਪ੍ਰਬੰਧ ਕਰਨ ਦੇ ਨਾਲ ਕੋਈ ਸਮੱਸਿਆ ਦਾ ਹੱਲ ਨਹੀਂ ਹੋਣਾ। ਸੋ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਕਿ ਜਿਹੜਾ ਜਾਣੂ ਹੁੰਦਾ, ਜਿਹਨੂੰ ਅਸੀਂ ਜਾਣਦੇ ਹਾਂ, ਡਰ ਸਾਨੂੰ ਉਹਦਾ ਹੀ ਲੱਗਦਾ, ਕਿ ਜਿਹੜਾ ਚੀਜ਼ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਉਸ ਤੋਂ ਡਰ ਸਾਨੂੰ ਕਦੇ ਵੀ ਨਹੀਂ ਲੱਗ ਸਕਦਾ। ਸੋ ਕਿਸਾਨਾਂ ਨੂੰ ਉਹਨਾਂ ਨੇ ਦੇਖਿਆ ਕਿ ਉਹਨਾਂ ਕੀੜਿਆਂ ਬਾਰੇ ਪਤਾ ਹੈ, ਜਾਂ ਵਿਗਿਆਨੀਆਂ ਨੂੰ ਵੀ, ਅਫਸਰਾਂ ਨੂੰ ਵੀ ਉਹਨਾਂ ਕੀੜਿਆਂ ਬਾਰੇ ਜ਼ਿਆਦਾ ਪਤਾ ਹੈ ਜਿਨ੍ਹਾਂ ਦੇ ਜਿਹੜੇ ਆ ਪੈਸਟੀਸਾਈਡ ਬਾਜ਼ਾਰ ਵਿੱਚ ਵਿਕਦੇ। ਸੋ ਉਹਨਾਂ ਨੇ ਜੀਨ ਦੇ ਵਿੱਚ ਨਿਧਾਣਾ ਪਿੰਡ ਦੇ ਵਿੱਚ ਉਹਨਾਂ ਦੀ ਡਿਊਟੀ ਸੀ। ਉਹ 10-12 ਪਿੰਡ ਉਹਨਾਂ ਦੇ ਅੰਡਰ ਸੀਗੇ। ਸੋ ਉੱਥੇ ਉਹਨਾਂ ਨੇ ਕਿਸਾਨਾਂ ਨਾਲ ਖੇਤ 'ਚ ਬੈਠ ਕੇ ਜਿਹੜੇ ਆ ਤਜਰਬੇ 2001-2000 ਸੰਨ ਦੇ ਵਿੱਚ ਸ਼ੁਰੂ ਕਰ ਦਿੱਤੇ। ਸੋ 1-2 ਸਾਲ ਦੇ ਵਿੱਚ ਜਦੋਂ ਉਹਨਾਂ ਨੇ ਖੇਤ ਦੇ ਵਿੱਚ ਬੈਠ ਕੇ ਤਜਰਬੇ ਸ਼ੁਰੂ ਕੀਤੇ ਤਾਂ ਉਹਨਾਂ ਨੇ ਜਿਹੜੀ ਅਮਰੀਕਨ ਸੁੰਡੀ ਆ ਉਹਦਾ ਅਸਲ ਜੋ ਸੀ, ਜੋ ਵਿਗਿਆਨ ਸੀ, ਉਹ ਕੱਢ ਲਿਆ ਕਿ ਪੈਸਟੀਸਾਈਡ ਦੀ ਸਪਰੇਅ ਹੁੰਦੀ ਸੀ। ਪੈਸਟੀਸਾਈਡ ਸਪਰੇਅ ਹੋਣ ਦੇ ਨਾਲ ਕੀੜਾ ਜਿਹੜਾ ਆ ਆਪਣਾ ਜੀਵਨ ਚੱਕਰ ਬਦਲਦਾ ਸੀ। ਜੇ ਉਹ ਸੁੰਡੀ 100 ਅੰਡੇ ਦਿੰਦੀ ਸੀ ਤਾਂ ਪੈਸਟੀਸਾਈਡ ਤੋਂ ਜੇ ਬਚ ਜਾਂਦੀ ਸੀ ਤਾਂ ਉਹੀ ਸੁੰਡੀ ਜਿਹੜੀ ਆ 250-300, ਕਈ ਵਾਰੀ 400-400, 500-500 ਅੰਡੇ ਵੀ ਜਿਹੜੀ ਆ ਦੇਣ ਦੇ ਸਮਰੱਥ ਹੋ ਜਾਂਦੀ ਹੈ। ਸੋ ਆਪਣਾ ਜੀਵਨ ਚੱਕਰ ਛੋਟਾ ਕਰਦੀ ਸੀ, ਇੰਨੇ ਜ਼ਿਆਦਾ ਆਂਡੇ ਦਿੰਦੀ ਸੀ, ਜਿਹਦੇ ਕਰਕੇ ਕੀੜਿਆਂ ਦੀ ਗਿਣਤੀ ਵੱਧਦੀ ਗਈ। ਤੇ ਦੂਸਰਾ ਤਾਂ ਅਸੀਂ ਜਾਣਦੇ ਹੀ ਹਾਂ ਕਿ ਜਦੋਂ ਸਪਰੇਅ ਹੁੰਦੀ ਆ ਤੇ ਉੱਥੇ ਸਪਰੇਅ ਨਾ ਤਾਂ ਦੁਸ਼ਮਣ ਦਿਖਦੀ ਆ ਨਾ ਮਿੱਤਰ ਦਿਖਦੀ ਆ, ਜਿਹੜੇ ਕੀੜੇ ਸਾਹਮਣੇ ਆਉਂਦੇ ਆ ਉਹ ਸਾਰੇ ਕੀੜੇ ਜਿਹੜੇ ਮਾਰੇ ਜਾਂਦੇ। ਸੋ ਉਹ ਤਜਰਬਾ ਉਹਨਾਂ ਨੇ ਹੌਲੀ ਹੌਲੀ ਸ਼ੁਰੂ ਕਰਦਿਆਂ ਕਰਦਿਆਂ ਕਿਸਾਨਾਂ ਨੂੰ ਇਹ ਸਿਖਾਉਣਾ ਸ਼ੁਰੂ ਕਰ ਦਿੱਤਾ। ਤੇ ਕਈ ਸਾਰੀਆਂ ਇਹੋ ਜਿਹੀਆਂ ਖੋਜਾਂ ਜਿਹੜੀਆਂ ਉਹਨਾਂ ਨੇ 2-4 ਸਾਲਾਂ ਦੇ ਵਿੱਚ ਹੀ ਕਰ ਦਿੱਤੀਆਂ ਸੀਗੀਆਂ। ਸੋ ਕਈ ਸਾਰੇ ਜਿਹੜੇ ਵਿਗਿਆਨਕ ਵਹਿਮ ਆ, ਜਿਸ ਤਰ੍ਹਾਂ 2000 ਦੇ ਵਿੱਚ ਜੋ ਅਮਰੀਕਨ ਸੁੰਡੀ ਦਾ ਹਮਲਾ ਹੋਇਆ ਸੀ ਤੇ ਉਸ ਤੋਂ ਬਾਅਦ BT ਕਾਟਨ ਨੂੰ ਜਿਹੜਾ ਆ ਉਹ ਇੰਡੀਆ ਵਿੱਚ ਲਿਆਂਦਾ ਗਿਆ ਸੀ ਸਰਕਾਰ ਵੱਲੋਂ, ਇਹ ਕਹਿ ਕੇ ਕਿ ਇਸ ਬੀਜ ਆ ਜਾਣਗੇ ਇਹਦੇ ਨਾਲ ਜਿਹੜੀ ਆ ਗੁਲਾਬੀ ਸੁੰਡੀ ਕੰਟਰੋਲ ਹੋ ਜਾਏਗੀ ਤੇ ਨਾਲ ਹੀ ਜਿਹੜਾ ਹੈਗਾ ਵੀ ਹੋਰ ਸਾਨੂੰ ਸਪਰੇਆਂ ਕਰਨ ਦੀ ਲੋੜ ਨਹੀਂ ਪਏਗੀ ਔਰ ਝਾੜ ਵੀ ਜਿਹੜੇ ਆ ਉਹ ਵਧਣਗੇ। 2002 ਦੇ ਵਿੱਚ ਉਹਨੂੰ ਮਨਜ਼ੂਰੀ ਮਿਲੀ ਸੀ। ਪੰਜਾਬ ਦੇ ਵਿੱਚ ਵੀ ਆਉਣਾ ਸ਼ੁਰੂ ਹੋਇਆ ਸੀ ਹੌਲੀ ਹੌਲੀ, ਤੇ 6-7 ਦੇ ਲਾਗੇ ਛਾਗੇ ਜਿਹੜਾ ਆ 70-80 ਅਸ਼ੋਕ ਜੀ ਅਨਮਿਊਟ ਹੋ ਗਏ ਜੀ ਤੁਸੀਂ। ਮਿਊਟ ਹੋ ਗਏ, ਸੌਰੀ, ਅਨਮਿਊਟ ਕਰੋ ਜੀ। ਹੈਲੋ, ਹਾਂਜੀ, ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਹੁਣ ਆ ਰਹੀ ਹੈ। ਓਕੇ। ਸੋ ਉਹਨਾਂ ਨੇ ਜਿਹੜਾ ਆ ਕਿਸਾਨਾਂ ਨਾਲ ਮਿਲ ਕੇ ਕੀੜਿਆਂ ਦੇ ਬਾਰੇ ਜਾਣਕਾਰੀ ਇਕੱਠੀ ਸ਼ੁਰੂ ਕਰਨੀ ਕਰ ਦਿੱਤੀ।
ਸੋ ਜਦੋਂ BT ਕਾਟਨ ਇੰਟਰੋਡਿਊਸ ਹੋਇਆ ਤਾਂ ਪਹਿਲਾ ਇੱਕ ਕੀੜਾ ਜਿਹੜਾ ਇੰਡੀਆ ਵਿੱਚ ਪਹਿਲਾਂ ਸੀਗਾ ਵੀ ਨਹੀਂ, ਮੀਲੀਬਗ ਆਇਆ। ਸੋ ਮੀਲੀਬਗ ਜਦੋਂ ਆਇਆ ਉਹ BT ਕਾਟਨ ਦੇ ਨਾਲ ਹੀ ਆਇਆ ਤੇ ਉਹਨਾਂ ਨੇ ਉਹਦੇ ਤੇ ਖੋਜ ਕਰਨੀ ਸ਼ੁਰੂ ਕੀਤੀ 2010 ਦੇ ਵਿੱਚ। ਜਿਸ ਤਰ੍ਹਾਂ 2000 ਸਾਲ ਦੇ ਵਿੱਚ ਅਮਰੀਕਨ ਸੁੰਡੀ ਨੇ ਹਮਲਾ ਕੀਤਾ ਸੀ, ਇਸੇ ਤਰ੍ਹਾਂ ਮੀਲੀਬਗ ਨੇ ਜਿਹੜਾ ਕਾਟਨ ਤੇ ਬਹੁਤ ਵੱਡਾ ਹਮਲਾ ਕੀਤਾ ਸੀਗਾ। ਪਰ ਉਦੋਂ ਤੱਕ ਡਾਕਟਰ ਦਲਾਲ ਜਿਹੜੇ ਆਪਣੇ ਕਿਸਾਨਾਂ ਨੂੰ ਸਿਖਾ ਚੁੱਕੇ ਸੀ ਕਿ ਮੀਲੀਬਗ ਨੂੰ ਕੰਟਰੋਲ ਕਰਨ ਵਾਲੇ ਇੱਕ ਨਹੀਂ ਦਰਜਨਾਂ ਕੀੜੇ ਜਿਹੜੇ ਆ ਉਹ ਮੌਜੂਦ ਹੁੰਦੇ ਆ ਕੁਦਰਤ ਦੇ ਵਿੱਚ, ਖੇਤਾਂ ਵਿੱਚ ਆਉਂਦੇ ਆ, ਅਗਰ ਅਸੀਂ ਕੋਈ ਵੀ ਛੇੜਛਾੜ ਉਹਦੇ ਨਾਲ ਨਹੀਂ ਕਰਦੇ। ਇਸੇ ਤਰੀਕੇ ਉਹਨਾਂ ਨੇ ਵਾਈਟ ਫਲਾਈ, ਚਿੱਟਾ ਮੱਛਰ ਜਿਹੜਾ ਜਾਂ ਹੋਰ ਕੀੜੇ ਆ, ਤੇਲਾ, ਚੇਪਾ, ਪੱਤਾ ਲਪੇਟ ਸੁੰਡੀ, ਤੰਬਾਕੂ ਸੁੰਡੀ, ਉਹ ਸਾਰੀਆਂ ਸੁੰਡੀਆਂ ਜਿਹਨਾਂ ਤੋਂ ਕਿਸਾਨ ਡਰਦੇ ਸੀ, ਜਿਹਨਾਂ ਸਪਰੇਅ ਕਰਦੇ ਸੀ, ਸਾਰਿਆਂ ਦਾ ਉਹਨਾਂ ਨੇ ਜੀਵਨ ਚੱਕਰ ਪਤਾ ਕੀਤਾ ਕਿ ਇਹ ਕੀੜੇ ਕਿਸ ਤਰ੍ਹਾਂ ਜੀਵਨ ਬਤੀਤ ਕਰਦੇ ਆ, ਕਿਹੜੀਆਂ ਕਿਹੜੀਆਂ ਇਹਨਾਂ ਦੇ ਜੀਵਨ ਦੀ ਸਟੇਜਾਂ ਹੁੰਦੀਆਂ। ਉਹ ਕਿਸਾਨਾਂ ਨੂੰ ਖੇਤ ਵਿੱਚ ਪ੍ਰੈਕਟੀਕਲੀ ਜਾ ਕੇ ਦਿਖਾਉਂਦੇ ਸੀ। ਸੋ ਕਰਦਿਆਂ ਖੋਜ ਉਹਨਾਂ ਨੇ ਕਰੀਬਨ 10-12 ਸਾਲਾਂ ਦੇ ਵਿੱਚ ਹੀ 206 ਕੀੜੇ ਜਿਹੜੇ ਆ ਪਛਾਣ ਲਏ। 206 ਕੀੜਿਆਂ ਦਾ ਜਿਹੜਾ ਉਹਨੇ ਵਰਗੀਕਰਨ ਕੀਤਾ, ਉਹ ਵਰਗੀਕਰਨ ਇਸ ਤਰੀਕੇ ਕੀਤਾ ਕਿ ਇੱਕ ਤਰ੍ਹਾਂ ਦੇ ਕੀੜੇ ਨੂੰ ਉਹ ਮਾਸਾਹਾਰੀ ਕਹਿੰਦੇ ਸੀ, ਇੱਕ ਕੀੜੇ ਨੂੰ ਜਿਹੜਾ ਸ਼ਾਕਾਹਾਰੀ ਕਹਿੰਦੇ ਸੀ। ਸ਼ਾਕਾਹਾਰੀ ਕੀੜੇ ਉਹ ਸੀ ਜਿਹੜੇ ਫਸਲ ਦੇ ਵਿੱਚ ਆਉਂਦੇ ਸੀ, ਰਸ ਚੂਸਦੇ ਸੀ, ਜਾਂ ਫਿਰ ਪੱਤੇ ਖਾਂਦੇ ਸੀ, ਜਾਂ ਕੋਈ ਫੁੱਲ ਖਾਂਦੇ ਸੀ, ਕੋਈ ਫਲ ਖਾਂਦੇ ਸੀ, ਕੋਈ ਤਣਾ ਖਾਂਦੇ ਸੀ, ਕੋਈ ਜੜ੍ਹਾਂ ਖਾਂਦੇ ਸੀ। ਸੋ ਸ਼ਾਕਾਹਾਰੀ ਸੀਗੇ ਜਿਹੜੇ ਫਸਲਾਂ ਨੂੰ ਖਾ ਕੇ ਉਹਨਾਂ ਦਾ ਰਸ ਪੀ ਕੇ ਗੁਜ਼ਾਰਾ ਕਰਦੇ ਸੀ, ਤੇ ਦੂਸਰੇ ਕੀੜੇ ਮਾਸਾਹਾਰੀ ਸੀ ਜਿਹੜੇ ਦੂਸਰੇ ਕੀੜਿਆਂ ਨੂੰ ਖਾਂਦੇ ਸੀ। ਸੋ ਉਹਨਾਂ ਨੇ ਜੋ ਖੋਜ ਕੀਤੀ ਉਹਦੇ ਵਿੱਚ 43 ਕੀੜੇ ਜਿਹੜੇ ਆ ਉਹ ਸ਼ਾਕਾਹਾਰੀ ਸੀਗੇ, ਜਿਹੜੇ ਫਸਲ ਨੂੰ ਅਸੀਂ ਕਹਿ ਸਕਦੇ ਹਾਂ ਕਿ ਨੁਕਸਾਨ ਕਰ ਸਕਦੇ ਆ, ਥੋੜਾ ਬਹੁਤ ਨੁਕਸਾਨ ਕਰਦੇ ਆ, ਥੋੜਾ ਜਿਹਾ ਵੱਧ। ਤੇ 163 ਕੀੜੇ ਇਹੋ ਜਿਹੇ ਸੀਗੇ ਜਿਹੜੇ ਮਾਸਾਹਾਰੀ ਕੀੜੇ ਜਿਹੜੇ ਦੂਸਰੇ ਕੀੜਿਆਂ ਨੂੰ ਖਾਂਦੇ ਸੀ। ਬਹੁਤ ਸਾਰੇ ਕੀੜੇ ਇਹੋ ਜਿਹੇ ਸੀਗੇ ਜਿਹੜੇ ਉਹਨਾਂ ਨੇ ਖੋਜੇ ਕਿ ਉਹ ਆਪਣੇ ਜੀਵਨ ਦੀ ਇੱਕ ਸਟੇਜ ਦੇ ਉੱਤੇ ਤਾਂ ਸ਼ਾਕਾਹਾਰੀ ਹੁੰਦੇ ਆ, ਬਾਅਦ ਵਿੱਚ ਮਾਸਾਹਾਰੀ ਬਣ ਜਾਂਦੇ ਆ। ਇੱਕ ਸਟੇਜ ਤੱਕ ਮਾਸਾਹਾਰੀ ਹੁੰਦੇ ਆ ਤੇ ਬਾਅਦ ਵਿੱਚ ਸ਼ਾਕਾਹਾਰੀ ਬਣ ਜਾਂਦੇ। ਇੱਕੋ ਕੀੜਾ ਆਪਣੇ ਜੀਵਨ ਦੇ ਵਿੱਚ ਹੀ ਮਾਸਾਹਾਰੀ ਵੀ ਬਣ ਜਾਂਦਾ ਤੇ ਸ਼ਾਕਾਹਾਰੀ ਵੀ ਬਣ ਜਾਂਦਾ। ਤੇ ਇਹ ਕਈ ਕੀੜੇ ਇਹੋ ਜਿਹੇ ਉਹਨਾਂ ਨੇ ਖੇਤ ਦੇ ਵਿੱਚ ਦੇਖੇ ਕਿ ਮਾਸਾਹਾਰੀ ਕੀੜੇ ਉਹਨਾਂ ਨੂੰ ਹੋਰ ਕੀੜਾ ਜਦੋਂ ਖਾਣ ਨੂੰ ਨਹੀਂ ਮਿਲਦਾ ਤਾਂ ਉਹ ਆਪਣੇ ਹੀ ਜਾਤੀ ਦੇ ਕੀੜਿਆਂ ਨੂੰ ਖਾਣ ਲੱਗ ਜਾਂਦਾ। ਅਸੀਂ ਵੀ ਖੇਤਾਂ ਵਿੱਚ ਪਿਛਲੇ 5 ਸਾਲ ਤੋਂ ਦੇਖ ਰਹੇ ਹਾਂ ਲੇਡੀ ਬਰਡ, ਬੀਟਲ, ਹੋਰ ਕੀੜੇ ਜਿਹੜੇ ਮੈਂ ਅੱਗੇ ਦੱਸੂਗਾ, ਤੇ ਉਹ ਕੀੜੇ ਜਿਹੜੇ ਆ ਵੀ ਆਪਣੇ ਕੀੜਿਆਂ ਨੂੰ ਜਿਹੜੇ ਖਾਣ ਲੱਗ ਜਾਂਦੇ। ਸੋ ਇਸ ਕਰਕੇ ਉਹਨਾਂ ਨੇ ਵਰਗੀਕਰਨ ਦੇ ਵਿੱਚ ਮਾਸਾਹਾਰੀ ਤੇ ਸ਼ਾਕਾਹਾਰੀ ਸ਼ਬਦ ਵਰਤੇ, ਨਾ ਕਿ ਮਿੱਤਰ ਤੇ ਦੁਸ਼ਮਣ, ਕਿ ਕੋਈ ਵੀ ਕੀੜਾ ਮਿੱਤਰ ਨਹੀਂ ਆ, ਕੋਈ ਦੁਸ਼ਮਣ ਨਹੀਂ। ਸੋ ਉਹਦੇ ਵਿੱਚ ਗਾਂਹ ਚੱਲਦਿਆਂ ਜਿੱਦਾਂ ਵਿਗਿਆਨੀਆਂ ਨੇ ਰਸ ਚੂਸਣ ਵਾਲੇ ਕੀੜੇ, ਪੱਤਾ ਖਾਣ ਵਾਲੇ ਕੀੜੇ, ਤਣਾ ਖਾਣ ਵਾਲੇ ਕੀੜਿਆਂ 'ਚ ਵਰਗੀਕਰਨ ਕੀਤਾ ਹੋਇਆ, ਉਹਦੇ ਵਿੱਚ ਵੀ ਉਹਨਾਂ ਨੇ ਇੱਕ ਹੋਰ ਪੱਧਰ ਦਾ ਵਰਗੀਕਰਨ ਕੀਤਾ ਕਿ ਕੀੜੇ ਜਿਹੜੇ ਆ ਉਹਨਾਂ ਦੀ ਵੀ ਰੈਂਕਿੰਗ ਹੁੰਦੀ ਹੈ। ਜਿੱਦਾਂ ਆਰਮੀ ਦੇ ਰੈਂਕ ਦੇ ਹਿਸਾਬ ਨਾਲ ਉਹਨਾਂ ਨੇ ਕਹਿਤਾ ਹੈ ਕਿ ਕੁਛ ਕੀੜੇ ਮੇਜਰ ਕੀੜੇ ਆ, ਕੁਛ ਕੀੜੇ ਜਿਹੜੇ ਸੂਬੇਦਾਰ ਮੇਜਰ ਕੀੜੇ ਆ, ਕੁਛ ਕੀੜੇ ਅਲਗੋਲ ਆ ਵੀ ਉਹਨਾਂ ਦਾ ਕੋਈ ਨਾ ਬਹੁਤਾ ਨੁਕਸਾਨ ਕਰਦੇ ਆ, ਬਸ ਆਉਂਦੇ ਆਪਣਾ ਜੀਵਨ ਬਤੀਤ ਕਰਕੇ ਚਲੇ ਜਾਂਦੇ। ਸੋ ਮੇਜਰ ਕੀੜੇ ਉਹ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਨੁਕਸਾਨ ਕਰਨ ਦੇ ਮਤਲਬ ਸਮਰੱਥ ਹੁੰਦੇ ਆ, ਉਹ ਕੈਪੇਬਲ ਹੁੰਦੇ ਆ ਕਿ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੇ ਆ। ਜਿੱਦਾਂ ਝੋਨੇ ਦੇ ਵਿੱਚ ਅਸੀਂ ਮੇਨ ਜਿਹੜੇ ਆ 3 ਕੀੜੇ ਅਸੀਂ ਦੇਖ ਸਕਦੇ ਹਾਂ। ਪਹਿਲਾਂ ਆਉਂਦੇ ਆ ਗੋਲ ਦੀ ਸੁੰਡੀ, ਪੱਤਾ ਲਪੇਟ ਸੁੰਡੀ, ਤੇ ਤੀਸਰੇ ਜਿਹੜੇ ਆ ਟਿੱਡੇ ਆਉਂਦੇ ਲਾਸਟ ਵਿੱਚ, ਭੂਰਾ ਤੇ ਕਾਲਾ ਟਿੱਡਾ ਜਿਹੜਾ। ਇਸ ਤਰ੍ਹਾਂ ਨਰਮੇ ਦੇ ਵਿੱਚ ਹੈ ਚਿੱਟਾ ਮੱਛਰ ਹੈ ਹੁਣ, ਫਿਰ ਉਸ ਤੋਂ ਬਾਅਦ ਹਰਾ ਤੇਲਾ ਹੈ, ਥ੍ਰਿਪ ਹੈ ਜਾਂ ਮਾਈਟ ਹੈ। ਇਹ ਜਿਹੜੇ ਆ ਮੇਜਰ ਕੀੜੇ। ਇਹਨਾਂ ਤੋਂ ਇਲਾਵਾ ਦੂਸਰੇ ਜਿਹੜੇ ਕੀੜੇ ਹੁੰਦੇ ਆ ਕੋਈ ਹਲਕਾ ਫੁਲਕਾ ਰਸ ਚੂਸਦੇ ਆ ਜਾਂ ਪੱਤੀਆਂ ਖਾਂਦੇ, ਜਿੱਦਾਂ ਟਿੱਡਾ ਹੋ ਗਿਆ, ਸਲੇਟੀ ਭੂੰਡ ਹੋ ਗਿਆ, ਡਸਕੀ ਬਗ ਜਿਹੜਾ ਹੋ ਗਿਆ। ਸੋ ਇਹ ਜਿਹੜੇ ਆ ਥੋੜਾ ਬਹੁਤ ਨੁਕਸਾਨ ਕਰਦੇ ਆ, ਬਹੁਤ ਨੁਕਸਾਨ ਨਹੀਂ ਕਰ ਸਕਦੇ। ਸੋ 2010 ਦੇ ਵਿੱਚ ਮੀਲੀਬਗ ਆਇਆ, ਉਹਨੇ ਹਮਲਾ ਕੀਤਾ, ਪਰ ਹੁਣ ਅਸੀਂ ਮੀਲੀਬਗ ਦੀ ਉਨੀ ਚਿੰਤਾ ਨਹੀਂ ਕਰਦੇ। ਉਸ ਕੀੜੇ ਦਾ ਜੋ ਸਮਾਂ ਸੀਗਾ ਉਹ ਨਿਕਲ ਚੁੱਕਿਆ। ਸੋ ਇਹ ਰੈਂਕਿੰਗ ਜਿਹੜੀ ਮੇਜਰ ਸੂਬੇਦਾਰ ਮੇਜਰ ਦੀ ਕੀਤੀ ਜਾਂਦੀ ਹੈ ਜਾਂ ਅਲਗੋਲ ਦੀ ਕੀਤੀ ਜਾਂਦੀ ਹੈ, ਉਹ ਰੈਂਕਿੰਗ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਕੋਈ ਵੀ ਕੀੜਾ ਪ੍ਰਮੋਟ ਹੋ ਸਕਦਾ, ਕੋਈ ਵੀ ਕੀੜਾ ਜਿਹੜਾ ਡਿਮੋਟ ਹੋ ਸਕਦਾ, ਕਿ ਉਹਦੀ ਪ੍ਰਮੋਸ਼ਨ ਜਿਹੜੀ ਆ ਉਹਨੂੰ ਥੱਲੇ ਲਿਆਂਦਾ ਜਾ ਸਕਦਾ। ਸੋ ਮੀਲੀਬਗ ਜਿਹੜਾ ਸੀ, ਜਿਹੜਾ ਮੇਜਰ ਕੀੜਾ ਸੀਗਾ, ਉਹ ਕੀੜਾ ਜਿਹੜਾ ਆ ਅੱਜ ਦੀ ਡੇਟ ਦੇ ਵਿੱਚ ਸੂਬੇਦਾਰ ਮੇਜਰ ਬਣ ਚੁੱਕਿਆ। ਨੁਕਸਾਨ ਕਰ ਸਕਦਾ ਪਰ ਉਹ ਨੁਕਸਾਨ ਉਹਨਾਂ ਕਰ ਨਹੀਂ ਰਿਹਾ, ਉਹਦਾ ਸਮਾਂ ਜਿਹੜਾ ਨਿਕਲ ਚੁੱਕਿਆ। ਗੁਲਾਬੀ ਸੁੰਡੀ ਨਾਲ ਵੀ ਇਹੋ ਹੀ ਹੋਇਆ ਸੀ ਕਿ 2001 ਦੇ ਵਿੱਚ ਉਹਨੇ ਨੁਕਸਾਨ ਕੀਤਾ ਸੀ। ਉਸ ਤੋਂ ਬਾਅਦ ਉਹਨੇ ਉਹਨਾਂ ਨੁਕਸਾਨ ਨਹੀਂ ਕੀਤਾ, ਉਹ ਬਹੁਤਾ ਨੁਕਸਾਨ ਨਹੀਂ ਕਰ ਰਹੀ ਸੀ। ਪਰ ਵਿਗਿਆਨੀਆਂ ਨੇ ਆਪਣੇ ਹਿਸਾਬ ਨਾਲ ਸਰਕਾਰਾਂ ਦੀ ਮਨਜ਼ੂਰੀ ਲਈ, ਕੰਪਨੀਆਂ ਦਾ ਬੀਜ ਸੀਗਾ ਇਹ, ਤੇ ਉਹ ਤੁਸੀਂ ਸਾਰੇ ਜਾਣਦੇ ਹੀ ਹੋ। ਸੋ ਉਹ ਜਿਹੜਾ ਬੀਜ ਆ ਗਿਆ ਤੇ ਇਹ ਕਹਿ ਕੇ ਪ੍ਰਚਾਰ ਕੀਤਾ ਗਿਆ ਕਿ ਇਸ ਬੀਜ ਦੇ ਆਉਣ ਨਾਲ ਜਿਹੜਾ ਅਮਰੀਕਨ ਸੁੰਡੀ ਕੰਟਰੋਲ ਹੋ ਗਈ, ਜਦਕਿ ਉਸ ਬੀਜ ਦੇ ਆਉਣ ਤੋਂ ਬਾਅਦ 2 ਵਾਰੀ ਅਸੀਂ 2010 ਦੇ ਵਿੱਚ ਮਿਲੀਬਗ ਔਰ 2015 ਦੇ ਵਿੱਚ ਚਿੱਟਾ ਮੱਛਰ, ਉਹਦਾ ਪ੍ਰਕੋਪ ਅਸੀਂ ਝੱਲ ਚੁੱਕੇ ਹਾਂ। ਤੇ ਕਿਸਾਨਾਂ ਨੂੰ ਜਿਹੜਾ ਵਾਅਦਾ ਹੋਰ ਕੀਤਾ ਗਿਆ ਸੀ ਉਹਦੇ ਨਾਲ ਹੀ
ਕਿ ਜਿਹੜਾ ਝਾੜ ਇਹਦੇ ਨਾਲ ਬਹੁਤ ਜ਼ਿਆਦਾ ਵਧਣਗੇ, ਉਹ ਵੀ ਕੋਈ ਦੇਖਣ ਨੂੰ ਨਹੀਂ ਮਿਲਿਆ। ਸੋ ਇਸ ਤਰੀਕੇ ਡਾਕਟਰ ਸਾਹਿਬ ਨੇ ਕਿਸਾਨਾਂ ਨੂੰ ਸਿਖਾਇਆ। ਜਿਸ ਤਰ੍ਹਾਂ ਪ੍ਰਧਾਨ ਬੂਟਾ ਸਿੰਘ ਜੀ ਨੇ ਦੱਸਿਆ ਕਿ ਘਰਾਂ ਵਿੱਚ ਮਸਲੇ ਹੋਣੇ ਸ਼ੁਰੂ ਹੋ ਗਏ ਸੀ, ਕਿ ਜੋ ਔਰਤਾਂ ਸੀਗੀਆਂ, ਜੀਣ ਦੀ ਗੱਲ ਹੈ ਕਿ ਉੱਥੇ ਉਹਨਾਂ ਨੇ ਆਪਣੇ ਘਰ ਵਾਲਿਆਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਸਪਰੇਅ ਨਹੀਂ ਕਰੋਗੇ ਫਸਲ ਮਰ ਜਾਏਗੀ, ਤੇ ਘਰਾਂ ਵਿੱਚ ਲੜਾਈ ਸ਼ੁਰੂ ਹੋ ਗਈ। ਤੇ ਡਾਕਟਰ ਸਾਹਿਬ ਨਾਲ ਕਿਸਾਨਾਂ ਨੇ ਗੱਲ ਕੀਤੀ। ਡਾਕਟਰ ਸਾਹਿਬ ਨੇ ਫਿਰ ਇੱਕ ਬਹੁਤ ਹੀ ਵੱਖਰੇ ਤਰ੍ਹਾਂ ਦਾ ਉਪਰਾਲਾ ਕੀਤਾ ਕਿ ਔਰਤਾਂ ਨੂੰ ਵੀ ਕਲਾਸਾਂ ਵਿੱਚ ਬੁਲਾਇਆ। 2010 ਦੇ ਵਿੱਚ ਉਹਨੇ ਸ਼ੁਰੂਆਤ ਕੀਤੀ ਸੀ। 1-2 ਸਾਲ ਦੇ ਵਿੱਚ ਔਰਤਾਂ ਵੀ ਉੱਥੇ ਸਿੱਖ ਗਈਆਂ। ਹੁਣ ਇਸ ਵੇਲੇ ਕਰੀਬਨ ਉੱਥੇ 400-500 ਐਕਸਪਰਟ ਮਾਹਰ ਕਿਸਾਨ ਨੇ, ਜਿਨ੍ਹਾਂ ਨੂੰ 206 ਨਹੀਂ ਤਾਂ ਘੱਟੋ ਘੱਟ 100 ਕੀੜਿਆਂ ਬਾਰੇ ਜਾਣਕਾਰੀ ਹੋਊਗੀ। ਕਿੰਨੇ ਆਂਡੇ ਦਿੰਦੇ ਆ, ਉਹ ਕਿੰਨੇ ਦਿਨਾਂ ਬਾਅਦ ਆਂਡੇ ਚੋਂ ਬੱਚਾ ਨਿਕਲਦਾ, ਕਿੰਨੇ ਦਿਨ ਅਗਲੀ ਸਟੇਜ 'ਚ ਜਾਂਦਾ, ਉਹ ਸਾਰੀ ਉਹਨਾਂ ਨੂੰ ਨੌਲੇਜ ਹੈ। ਸੋ 17-18 ਪਿੰਡਾਂ ਦੇ ਵਿੱਚ ਲਗਭਗ 90-95% ਕਿਸਾਨ ਜਿਹੜੇ ਆ ਉਹ ਬਿਨਾਂ ਪੈਸਟੀਸਾਈਡ ਤੋਂ ਖੇਤੀ ਕਰਨ ਲੱਗ ਗਏ ਸੀ 2014 ਤੱਕ। ਸੋ 10 ਦੇ ਵਿੱਚ ਉਹਨਾਂ ਨੇ ਮਹਿਲਾ ਕਿਸਾਨ ਲਗਭਗ 150-200 ਲੇਡੀਜ਼ ਨੇ ਜਿਹੜੀਆਂ ਐਕਸਪਰਟ ਬਣ ਚੁੱਕੀਆਂ। ਸੋ 2013 ਦੇ ਵਿੱਚ ਡਾਕਟਰ ਸਾਹਿਬ ਦੀ ਅਚਾਨਕ ਬਿਮਾਰੀ ਕਰਕੇ ਸਵਾਈਨ ਫਲੂ ਹੋਇਆ ਸੀ, ਤੇ ਇਲਾਜ ਵੀ ਕਰਵਾਇਆ ਪਰ ਉਹਨਾਂ ਦੀ ਅਚਾਨਕ ਡੈਥ ਹੋ ਗਈ। ਉਸ ਤੋਂ ਬਾਅਦ ਵੀ ਉਹਨਾਂ ਨੇ ਜਿਹੜੇ ਕਿਸਾਨ ਜੀਂਦ ਵਿੱਚ ਜੁੜੇ ਹੋਏ ਸੀ, ਮੈਂ 2010 ਤੋਂ ਹੀ ਡਾਕਟਰ ਸਾਹਿਬ ਨਾਲ ਜੁੜਿਆ ਹੋਇਆ ਸੀ। 3 ਸਾਲ ਮੈਂ ਆਪ ਤਜਰਬੇ ਕਰਦਾ ਰਿਹਾ, ਤੇ ਉਹਨਾਂ ਨੇ ਕਿਸਾਨਾਂ ਨੇ ਹਿੰਮਤ ਨਹੀਂ ਹਾਰੀ, ਤੇ 14 ਦੇ ਵਿੱਚ ਆਪ ਜਿਹੜਾ ਹੈ ਆਪਣੇ ਪੱਧਰ ਤੇ ਸ਼ੁਰੂ ਕਰ ਦਿੱਤਾ। ਅਸੀਂ ਵੀ, ਮੈਂ ਜਾਂਦਾ ਰਿਹਾ ਕਿਸਾਨਾਂ ਨੂੰ ਕਾਫੀ ਬੇਨਤੀ ਵੀ ਕਰਦਾ ਰਿਹਾ ਕਿ ਅਸੀਂ ਜੀਂਦ ਜਾ ਕੇ ਸਿੱਖ ਕੇ ਆਈਏ। ਕੁਛ ਅਫਸਰ ਵੀ ਉੱਥੇ ਪਹੁੰਚੇ, ਕੁਛ ਕਿਸਾਨਾਂ ਨੇ ਪਹੁੰਚ ਕੀਤੀ। ਸੋ ਅਸੀਂ ਪੰਜਾਬ ਦੇ ਵਿੱਚ ਹੁਸ਼ਿਆਰਪੁਰ 'ਚ, ਜਿਸ ਤਰ੍ਹਾਂ ਬੂਟਾ ਸਿੰਘ ਜੀ ਦੱਸ ਕੇ ਗਏ ਨੇ ਕਿ ਅਸੀਂ ਇੱਕ ਇਨੋਵੇਟਿਵ ਫਾਰਮਰ ਐਸੋਸੀਏਸ਼ਨ ਬਣਾਈ ਸੀ। ਸੋ ਕਿਸਾਨਾਂ ਨਾਲ ਮਿਲ ਕੇ ਅਸੀਂ ਤਜਰਬੇ ਕਰਦੇ ਰਹੇ ਇੱਥੇ ਵੀ। 14 ਦੇ ਵਿੱਚ ਅਸੀਂ ਉੱਥੇ ਗਏ, 15 'ਚ ਫੰਕਸ਼ਨ ਹੋਇਆ, ਉੱਥੇ ਗਏ ਅਸੀਂ। 15 'ਚ ਚਿੱਟੇ ਮੱਛਰ ਦਾ ਹਮਲਾ ਹੋ ਗਿਆ। ਕੁਛ ਪਿੰਡਾਂ ਦੇ ਵਿੱਚ ਅਸੀਂ ਉਹਨਾਂ ਨੂੰ, ਕੁਛ ਕਿਸਾਨਾਂ ਨੂੰ ਬੁਲਾ ਕੇ, ਕਿਉਂਕਿ ਉਹ 2-2 4-4 ਕਿੱਲੇ ਵਾਲੇ ਕਿਸਾਨ ਨੇ, ਜ਼ਿਆਦਾ ਵੱਡੇ ਕਿਸਾਨ ਨਹੀਂ ਹੈ। ਸੋ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਤੇ ਉਹ ਆਏ। ਮਾਨਸਾ ਦੇ ਅਸੀਂ 4-5 ਜ਼ਿਲ੍ਹਿਆਂ ਦੇ ਵਿੱਚ ਕਲਾਸਾਂ ਲਗਾ ਕੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਪਰ ਪੰਜਾਬ ਤੋਂ ਬਹੁਤੇ ਕਿਸਾਨ ਜਿਹੜੇ ਆ ਉਹ ਜੀਨ ਤੱਕ ਜਾ ਕੇ ਸਿੱਖਣ 'ਚ ਬਹੁਤੇ ਰੁਚੀ ਨਹੀਂ ਲੈ ਰਹੇ ਸੀਗੇ, ਨਾ ਇੱਛੁਕ ਸੀਗੇ। ਸੋ 16 ਦੇ ਵਿੱਚ ਜਦੋਂ 15 ਵਿੱਚ ਹਮਲਾ ਹੋ ਗਿਆ, ਤਾਂ 16 ਦੇ ਵਿੱਚ ਅਸੀਂ ਫਿਰ ਇਹ ਫੈਸਲਾ ਕੀਤਾ, ਜੀਂਦ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਪੰਜਾਬ ਵਿੱਚ ਵੀ ਇਹ ਕਲਾਸਾਂ ਲਗਾਤਾਰ ਸ਼ੁਰੂ ਕਰਦੇ ਹਾਂ। ਇਸ ਤਰ੍ਹਾਂ ਇੱਕ ਅੱਧਾ ਲੈਕਚਰ ਕਰਨ ਦੇ ਨਾਲ ਜਾਂ ਇੱਕ ਅੱਧੀ ਵਿਜ਼ਿਟ ਕਰਨ ਦੇ ਨਾਲ ਕਿਸਾਨਾਂ ਨੂੰ ਜਿਹੜੀ ਆ ਉਹ ਜਾਣਕਾਰੀ ਨਹੀਂ ਮਿਲੇਗੀ। ਮਾਨਸਾ ਦੇ ਭੀਖੀ ਬਲਾਕ ਦੇ ਵਿੱਚ, ਧਨੌਲਾ ਤੋਂ ਭੀਖੀ ਰੋਡ ਤੇ ਪਿੰਡ ਹੈ ਮੱਤੀ, ਕਾਫੀ ਮਸ਼ਹੂਰ ਪਿੰਡ ਹੈ। ਉੱਥੇ ਅਸੀਂ ਜਿਹੜੀਆਂ ਕਲਾਸਾਂ ਸ਼ੁਰੂ ਕੀਤੀਆਂ। ਇੱਕ ਕਿਸਾਨ ਸੀ ਜਿਹਦੇ ਕੋਲ 10 ਕਨਾਲ ਹੀ ਜ਼ਮੀਨ ਸੀ, ਤੇ 10 ਕਨਾਲਾਂ 'ਚ 9 ਕਨਾਲ 'ਚ ਉਹਨੇ ਨਰਮਾ ਬੀਜਿਆ ਹੋਇਆ ਸੀ। ਬਹੁਤ ਸਾਰੇ ਕਿਸਾਨਾਂ ਨਾਲ ਅਸੀਂ ਗੱਲ ਕੀਤੀ, ਪਰ ਕਿਸੇ ਕਿਸਾਨ ਦੀ ਹਿੰਮਤ ਨਹੀਂ ਪਈ ਕਿ ਉਹ ਅੱਧਾ ਕਿੱਲਾ ਜਾਂ ਕਿੱਲਾ ਛੱਡ ਸਕੇ। ਸੋ ਉਸ ਮੁੰਡੇ ਨੇ, ਜਗਸੀਰ ਸਿੰਘ ਉਹਦਾ ਨਾਮ ਸੀ, ਉਹਨੇ 9 ਕਨਾਲ ਆਪਣੀ ਸਾਨੂੰ ਦਿੱਤੀ ਕਿ ਤੁਸੀਂ ਇੱਥੇ ਤਜਰਬਾ ਕਰ ਸਕਦੇ ਹੋ। ਹਰ ਹਫ਼ਤੇ ਜਿਹੜਾ ਅਸੀਂ ਕਲਾਸ ਲਗਾਉਂਦੇ ਸੀਗੇ। ਸੋ ਉਹਦੀ ਤਕਨੀਕ ਇਹ ਹੁੰਦੀ ਹੈ ਕਿ ਇਹਨੂੰ ਸਰਬਪੱਖੀ ਕੀਟ ਪ੍ਰਬੰਧ ਕਹਿੰਦੇ ਆ, ਇੰਟੀਗ੍ਰੇਟਡ ਪੈਸਟ ਮੈਨੇਜਮੈਂਟ, ਕਿ ਹਰ ਹਫ਼ਤੇ ਜਿਹੜਾ ਸਵੇਰੇ 9 ਵਜੇ ਤੱਕ ਜਿਹੜਾ ਆ ਤੁਸੀਂ ਖੇਤ ਦੇ ਵਿੱਚ ਸਰਵੇ ਕਰਨਾ ਹੁੰਦਾ। ਸਰਵੇ ਕਰਕੇ ਜਿਹੜੇ ਮੁੱਖ ਕੀੜੇ ਆ ਜਿਹੜੇ ਨੁਕਸਾਨ ਕਰ ਸਕਦੇ ਆ, ਤੇ ਉਹਨਾਂ ਦਾ, ਜਿਹੜੇ ਮੇਜਰ ਕੀੜੇ ਅਸੀਂ ਜਿਹਨਾਂ ਨੂੰ ਕਿਹਾ, ਉਹਨਾਂ ਦਾ ਅਸੀਂ ਸਰਵੇ ਕਰਕੇ ਆંકੜੇ ਇਕੱਠੇ ਕਰਨੇ। ਸੋ ਅਸੀਂ ਜਿਹੜਾ ਨਰਮੇ ਦੇ ਵਿੱਚ ਕਰਦੇ ਸੀ, ਚਿੱਟਾ ਮੱਛਰ, ਹਰਾ ਤੇਲਾ ਤੇ ਥ੍ਰਿਪ, ਜਾਂ ਜਿਹਨੂੰ ਅਸੀਂ ਭੂਰੀ ਜੂੰ ਵੀ ਕਹਿ ਦਿੰਦੇ ਹਾਂ। ਸੋ ਸਰਵੇ ਕਰਦੇ ਸੀ ਖੇਤ ਦੇ ਵਿੱਚ, 10 ਤੋਂ 20 ਬੂਟੇ ਜਿਹੜੇ ਅਸੀਂ ਚੁਣਦੇ ਸੀਗੇ। ਹਰੇਕ ਬੂਟੇ ਦੇ ਅਸੀਂ 3 ਪੱਤੇ ਦੇਖਦੇ ਸੀਗੇ, ਇੱਕ ਪੱਤਾ ਉੱਪਰ ਵਾਲਾ, ਇੱਕ ਵਿਚਕਾਰਲਾ, ਤੇ ਇੱਕ ਸਭ ਤੋਂ ਪੁਰਾਣਾ ਜਾਂ ਹੇਠਲਾ ਪੱਤਾ। ਸੋ ਉਹਦੀ ਬੈਕ ਸਾਈਡ ਤੇ ਅਸੀਂ ਤਿੰਨੇ ਕੀੜਿਆਂ ਦੀ ਜਿਹੜੀ ਗਿਣਤੀ ਕਰਦੇ ਸੀ। ਚਿੱਟੇ ਮੱਛਰ ਦੇ ਅਸੀਂ ਪਤੰਗੇ ਗਿਣਦੇ ਸੀ, ਹਰੇ ਤੇਲੇ ਦੇ ਜਿਹੜੇ ਅਸੀਂ ਵੱਡੇ ਹੋ ਚੁੱਕੇ ਹੁੰਦੇ ਸੀ ਤੇਲੇ, ਉਹ ਗਿਣਦੇ ਸੀ। ਇਸੇ ਤਰ੍ਹਾਂ ਜਿਹੜੀ ਥ੍ਰਿਪ ਆ ਉਹ ਦਿਸਦੀ ਤਾਂ ਲੈਂਸ ਨਾਲ ਹੈ, ਸੋ ਉਹਦੀ ਗਿਣਤੀ ਕਰਦੇ ਸੀ। ਸੋ 20 ਬੂਟਿਆਂ ਦੀ ਅਗਰ ਅਸੀਂ ਗਿਣਤੀ ਕੀਤੀ ਆ, ਹਰੇਕ ਅਸੀਂ ਪੱਤੇ ਤੇ ਗਿਣਤੀ ਕਰਕੇ 20 ਦਾ ਟੋਟਲ ਕਰ ਲਿਆ। ਜਿੰਨਾ ਟੋਟਲ ਆਇਆ, ਅਸੀਂ 60 ਪੱਤੇ ਦੇਖੇ, ਉਹਨੂੰ ਉਹਨਾਂ ਭਾਗ ਕਰ ਲੈਂਦੇ ਸੀ। ਉਹਨੂੰ ਭਾਗ ਕਰਕੇ ਜਿੰਨੀ ਐਵਰੇਜ ਆਉਂਦੀ ਆ, ਉਹ ਅਸੀਂ ਖੇਤ ਦੇ ਵਿੱਚ ਸਰਵੇ ਆ ਉਹਦੀ ਪ੍ਰਤੀ ਪੱਤਾ ਐਵਰੇਜ ਆ ਜਾਂਦੀ ਸੀ, ਕਿ ਔਸਤ ਜਿਹੜਾ ਆ ਵੀ ਕਿੰਨੇ, ਮੰਨ ਲਓ ਕਿੰਨੇ ਕੀੜੇ ਸਾਡੇ ਇੱਕ ਪੱਤੇ ਤੇ ਉਪਲਬਧ ਹੈਗੇ ਆ, ਜਿਹੜਾ ਉੱਤੇ ਖੇਤ ਇੱਕ ਪੱਤਿਆਂ ਦੇ ਉੱਤੇ ਕੀੜੇ ਅਵੇਲੇਬਲ ਆ। ਸੋ ਖੇਤ ਦੇ ਵਿੱਚ ਅਸੀਂ ਰੈਂਡਮਲੀ ਜਿਹੜੇ ਆ 20 ਬੂਟੇ ਜਿਹੜੇ ਆ ਸਿਲੈਕਟ ਕਰਨੇ ਹੁੰਦੇ ਸੀਗੇ। ਸੋ ਮੰਨ ਲਓ ਅਸੀਂ ਟੋਟਲ ਜਿਹੜੇ ਆ ਵੀ ਹਰੇਕ ਪੱਤੇ ਤੇ ਕੈਲਕੂਲੇਟ ਕਰਕੇ ਅਸੀਂ ਚਿੱਟੇ ਮੱਛਰ ਦੇ ਅਸੀਂ ਕਰ ਲੈਂਦੇ ਆ ਕਿ ਸਾਡੇ ਕੋਲ 60 ਪੱਤੇ ਅਸੀਂ ਦੇਖੇ ਆ, ਤੇ 60 ਦੇ ਉੱਤੇ ਜਿਹੜਾ ਅਸੀਂ ਪੱਤਿਆਂ ਦੇ ਉੱਤੇ ਦੇਖਿਆ ਕਿ ਉਹ ਕਰੀਬਨ ਮੰਨ ਲਓ ਤੁਸੀਂ ਕਿ 300 ਜਿਹੜੇ ਆ ਅਸੀਂ ਚਿੱਟੇ ਮੱਛਰ ਗਿਣ। ਸੋ 300 ਨੂੰ ਅਸੀਂ 60 ਨਾਲ ਭਾਗ ਕੀਤਾ ਤਾਂ ਉਹ 5 ਆ ਗਏ।
ਸੋ ਪ੍ਰਤੀ ਪੱਤਾ ਜਿਹੜੀ ਔਸਤ ਹੈ ਉਹ ਚਿੱਟੇ ਮੱਛਰ ਦੀ ਜਿਹੜੀ ਆ 5 ਆ ਗਈ। ਇਸੇ ਤਰ੍ਹਾਂ ਜਿਹੜਾ ਤੇਲਾ ਅਸੀਂ ਦੇਖਿਆ ਕਿ 60 ਪੱਤਿਆਂ ਦੇ ਉੱਤੇ ਤੇਲੇ ਮੰਨ ਲਓ 90 ਆ ਗਏ, ਸੋ 60 ਨਾਲ 90 ਨੂੰ 60 ਨਾਲ ਭਾਗ ਕੀਤਾ ਤਾਂ 1.5 ਆ ਗਿਆ, 1.5 ਆ ਗਿਆ। ਇਸ ਤਰ੍ਹਾਂ ਜਿਹੜੀਆਂ ਥ੍ਰਿਪ ਆ ਅਸੀਂ ਉਹ ਦੇਖੀਆਂ ਕਿ 500 ਆ ਗਈ, ਸੋ 500 ਨੂੰ 60 ਨਾਲ ਭਾਗ ਕੀਤਾ ਤਾਂ ਉਹ ਤੁਹਾਡੇ ਲਗਭਗ 80 ਦੇ ਕਰੀਬ ਆ ਗਿਆ, 8.2 8.3 ਦੇ ਕਰੀਬ ਆ ਗਿਆ। ਸੋ ਇਹਨਾਂ ਦਾ ਇੱਕ ਵਿਗਿਆਨਕ ਵਿਧੀ ਹੈ ਸਰਵੇ ਕਰਨ ਦੀ ਤੇ ਇਹ ਵਿਸ਼ਲੇਸ਼ਣ ਕਰਨ ਦੀ। ਫਿਰ ਇਹ ਜਿਹੜੀ ਹੈ ਔਸਤ ਅਸੀਂ ਪ੍ਰਤੀ ਪੱਤਾ ਦੇਖੀ ਆ, ਇਹਨੂੰ ਅਸੀਂ ਕੰਪੇਅਰ ਕਰਨਾ ਹੁੰਦਾ, ਇਹਦੀ ਤੁਲਨਾ ਕਰਨੀ ਹੁੰਦੀ ਆ ETL ਦੇ ਨਾਲ, ਇਕਨੋਮਿਕ ਥ੍ਰੈਸ਼ੋਲਡ ਲੈਵਲ ਜਾਂ ਆਰਥਿਕ ਨੁਕਸਾਨ ਦੀ ਹੱਦ। ਇੱਕ ਵਿਗਿਆਨਕ ਤਰੀਕਾ ਹੈ ਕਿ ਵਿਗਿਆਨੀਆਂ ਨੇ ਵਿਧੀ ਬਣਾਈ ਹੋਈ ਹੈ ਕਿ ਅਗਰ ਚਿੱਟਾ ਮੱਛਰ ਪ੍ਰਤੀ ਪੱਤਾ 6 ਹੈ, ਉਦੋਂ ਤੱਕ ਸਾਨੂੰ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਹੈ ਜਾਂ ਸਾਨੂੰ ਸਪਰੇਅ ਕਰਕੇ ਕੋਈ ਫਾਇਦਾ ਨਹੀਂ ਹੋਵੇ। ਜੇ ਹਰੇ ਤੇਲੇ ਆ ਉਹਦੀ ਔਸਤ ਪ੍ਰਤੀ ਪੱਤਾ ਅਗਰ 2 ਹੈ ਤਾਂ ਸਾਨੂੰ ਜਿਹੜਾ ਸਪਰੇਅ ਨਹੀਂ ਕਰਨੀ ਚਾਹੀਦੀ ਜਾਂ ਜਿਹੜਾ ਆ ਸਾਨੂੰ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਸੇ ਤਰ੍ਹਾਂ ਜਿਹੜੀ ਥ੍ਰਿਪ ਮੱਕੜੀਆ ਜੂੰ ਆ ਜਾਂ ਅਸੀਂ ਉਹ ਮੱਕੜੀਆ ਜੂੰ ਨਹੀਂ ਭੂਰੀ ਜੂੰ ਹੈ, ਉਹਦੀ ਪ੍ਰਤੀ ਪੱਤਾ ETL ਜਿਹੜਾ ਲੈਵਲ ਹੈ ਉਹ 10 ਹੈ। ਜੇ ਉਹ 10 ਤੱਕ ਹੈ ਤਾਂ ਸਾਨੂੰ ਸਪਰੇਅ ਕਰਨ ਦੀ ਲੋੜ ਨਹੀਂ ਹੈ। ਸੋ ਅਸੀਂ ਜੋ ਦੇਖਿਆ ਸੀ ਖੇਤ ਦੇ ਵਿੱਚ ਕਿ ਚਿੱਟਾ ਮੱਛਰ ਜਿਹੜਾ ਆ ਉਹ ਅਸੀਂ 5 ਦੇਖਿਆ ਸੀ, ਜੋ 6 ਤੋਂ ਘੱਟ ਹੈ। ਜਿਹੜਾ ਹਰਾ ਤੇਲਾ 1.5 ਸੀ, 2 ਤੋਂ ਘੱਟ ਹੈ। ਤੇ ਥ੍ਰਿਪ ਜਿਹੜੀ ਆ ਉਹ ਆਈ ਸੀ 8.4 ਆਈ ਸੀ, 8.3 ਆਈ ਸੀ, ਉਹ 10 ਤੋਂ ਘੱਟ ਹੈ। ਸੋ ਹਰ ਹਫਤੇ ਇਸ ਤਰ੍ਹਾਂ ਅਸੀਂ ਸਰਵੇ ਕਰਦੇ ਸੀ, ਉਹਨੂੰ ETL ਨਾਲ ਕੰਪੇਅਰ ਕਰਦੇ ਸੀਗੇ ਤੇ ਸਾਡਾ ਲੈਵਲ ਜਿਹੜਾ ਆ ਨੋਰਮਲੀ ਹੇਠਾਂ ਹੀ ਹੁੰਦਾ ਸੀਗਾ। ਜੇ ਮੰਨ ਲਓ ਕਿਤੇ ਲੈਵਲ ਉੱਪਰ ਚਲਾ ਵੀ ਗਿਆ, ਕਿ ਤੇਲਾ ਸਾਡਾ ਇੱਕ ਵਾਰੀ ਜਿੱਦਾਂ 2.4 2.3 ਦੇ ਆਸ-ਪਾਸ ਚਲਾ ਗਿਆ ਸੀ, ਉੱਥੇ ਵਿਗਿਆਨੀ ਤਾਂ ਇਹ ਕਹਿੰਦੇ ਆ ਕਿ ਅਗਰ ਲੈਵਲ ਪਾਰ ਚਲਾ ਜਾਏ ਤਾਂ ਤੁਹਾਨੂੰ ਸਪਰੇਅ ਕਰਨੀ ਚਾਹੀਦੀ। ਪਰ ਜੋ ਵਿਗਿਆਨੀਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ, ਜਿਹਨੂੰ ਡਾਕਟਰ ਸਾਹਿਬ ਨੇ ਪ੍ਰੈਕਟੀਕਲੀ ਕਰਕੇ ਦਿਖਾਇਆ, ਕਿ ਜਿਹੜਾ ਅਸੀਂ ਇਹੀ ਨਹੀਂ ਦੇਖਣਾ ਕਿ ਖੇਤ ਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਸ਼ਾਕਾਹਾਰੀ ਕੀੜੇ ਮੌਜੂਦ ਆ, ਉਹਨਾਂ ਨੂੰ ਖਾਣ ਵਾਲੇ ਮਾਸਾਹਾਰੀ ਕੀੜੇ ਜਿਹੜੇ ਆ ਉਹ ਵੀ ਮੌਜੂਦ ਹੁੰਦੇ ਆ। ਸੋ ਅਸੀਂ ਉਹਦੇ ਵਿੱਚ ਬਹੁਤ ਸਾਰੇ ਕੀੜੇ ਇਹੋ ਜਿਹੇ ਦੇਖੇ, ਕ੍ਰਾਈਸੋਪਾ ਇੱਕ ਕੀੜਾ ਆ ਉਹ ਦੇਖਿਆ, ਲੇਡੀ ਬਰਡ ਬੀਟਲ ਦੇਖੇ, ਕਈ ਤਰ੍ਹਾਂ ਦੀਆਂ ਭਰਿੰਡਾਂ ਦੇਖੀਆਂ, ਮੱਕੜੀਆਂ ਦੇਖੀਆਂ, ਹੱਥ ਜੋੜੇ ਦੇਖੇ। ਤੇ ਇਹ ਜਿਹੜੇ ਕੀੜੇ ਸੀਗੇ ਇਹ ਦੂਸਰੇ ਕੀੜਿਆਂ ਨੂੰ ਖਾ ਕੇ ਆਪਣਾ ਗੁਜ਼ਾਰਾ ਕਰਦੇ, ਸੋ ਉਹਨਾਂ ਦੀ ਗਿਣਤੀ ਜਿਹੜੀ ਆ ਇਹਨਾਂ ਕੀੜਿਆਂ ਨਾਲੋਂ ਕਿਤੇ ਵੱਧ ਸੀ। ਸੋ ਇਸ ਕਰਕੇ ਵੀ ਕਿਸਾਨਾਂ ਨੂੰ ਅਸੀਂ ਕਿਹਾ ਕਿ ਇੱਕ ਹਫ਼ਤਾ ਤੁਸੀਂ ਇੰਤਜ਼ਾਰ ਕਰੋ, ਸੋ ਅਗਲੇ ਹਫ਼ਤੇ ਅਸੀਂ ਦੇਖਦੇ ਹਾਂ ਕਿ ਇਹਨਾਂ ਦੀ ਗਿਣਤੀ ਘਟਦੀ ਹੈ ਜਾਂ ਵੱਧਦੀ। ਸੋ ਅਗਲੇ ਹਫ਼ਤੇ ਗਿਣਤੀ ਘਟ ਜਾਂਦੀ ਸੀ। ਜਦੋਂ ਗਰਮੀ ਹੁੰਦੀ ਹੈ ਉਸ ਵੇਲੇ ਥ੍ਰਿਪ ਦੀ ਗਿਣਤੀ ਵੱਧਦੀ ਹੈ, ਜਦੋਂ ਥੋੜੀ ਬਰਸਾਤ ਆ ਜਾਂਦੀ ਹੈ ਤਾਂ ਥ੍ਰਿਪ ਜਿਹੜੀ ਆ ਉਹ ਉਹਦਾ ਕਾਊਂਟ ਘਟਣਾ ਸ਼ੁਰੂ ਹੋ ਜਾਂਦਾ, ਕਿਉਂਕਿ ਥ੍ਰਿਪ ਜਿਹੜੀ ਆ ਉਹ ਰਸ ਚੂਸ ਕੇ ਪੱਤੇ ਦਾ ਜਿਹੜਾ ਹਰਾ ਭਾਗ ਹੁੰਦਾ ਉਹਦਾ ਇੱਕ ਤਰ੍ਹਾਂ ਦਾ ਮੂੰਹ ਬੰਦ ਕਰ ਦਿੰਦੀ, ਜਿਹਦੇ ਨਾਲ ਪੱਤੇ ਵਿੱਚ ਜਿਹੜੀ ਨਮੀ ਆ ਉਹ ਧੁੱਪ ਕਰਕੇ ਜ਼ਿਆਦਾ ਗਰਮੀ ਕਰਕੇ ਪੱਤੇ ਵਿੱਚੋਂ ਰਿਲੀਜ਼ ਨਹੀਂ, ਉਹਦਾ ਬਚਾਅ ਕਰਨਾ ਹੁੰਦਾ। ਸਾਨੂੰ ਇਹ ਵਿਗਿਆਨੀਆਂ ਵੱਲੋਂ ਸਿਖਾਇਆ ਜਾਂਦਾ ਕਿ ਰਸ ਚੂਸਣ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ, ਸਾਨੂੰ ਸਪਰੇਅ ਕਰਨੀ ਚਾਹੀਦੀ। ਸੋ ਉਹਨੂੰ ਕੰਟਰੋਲ ਕਰਨ ਵਾਲੇ ਬਹੁਤ ਸਾਰੇ ਕੀੜੇ ਜਿਹੜੇ ਖੇਤ ਦੇ ਵਿੱਚ ਮੌਜੂਦ ਹੁੰਦੇ। ਇਸੇ ਤਰ੍ਹਾਂ ਜਦੋਂ ਬਰਸਾਤਾਂ ਹੋਣ ਲੱਗ ਜਾਂਦੀਆਂ, ਹੁਮਸ ਆਉਂਦੀ ਹੈ ਤਾਂ ਤੇਲੇ ਦੀ ਗਿਣਤੀ ਵਧਣੀ ਸ਼ੁਰੂ ਹੋ ਜਾਂਦੀ, ਚਿੱਟਾ ਮੱਛਰ ਵੀ ਨਾਲ ਹੀ ਆਉਣਾ ਸ਼ੁਰੂ ਹੋ ਜਾਂਦਾ। ਸੋ ਚਿੱਟੇ ਮੱਛਰ ਨੂੰ ਖਾਣ ਵਾਲੇ ਵੀ ਬਹੁਤ ਸਾਰੇ ਕੀੜੇ ਜਿਹੜੇ ਖੇਤ 'ਚ ਮੌਜੂਦ ਹੁੰਦੇ। ਸੋ ਅਸੀਂ 14 ਕਲਾਸਾਂ ਜਿਹੜੀਆਂ ਉਸ ਮੱਤੀ ਪਿੰਡ ਲਗਾਈਆਂ, ਜੀਨ ਤੋਂ ਹਰ ਹਫ਼ਤੇ ਜਿਹੜੇ ਆ 2 ਕਿਸਾਨ ਆਉਂਦੇ ਸੀ, ਉਹ ਸਾਰੀ ਕੀੜਿਆਂ ਬਾਰੇ ਜਾਣਕਾਰੀ ਦਿੰਦੇ ਸੀ, ਕਿਸ ਤਰ੍ਹਾਂ ਫਸਲ ਦਾ ਕੀੜੇ ਨਾਲ ਕੀ ਰਿਸ਼ਤਾ ਹੁੰਦਾ, ਕਿ ਕੀੜੇ ਦਾ ਦੂਸਰੇ ਕੀੜੇ ਨਾਲ ਕੀ ਰਿਸ਼ਤਾ ਹੁੰਦਾ। ਸਾਰੀਆਂ ਗੱਲਾਂ ਪ੍ਰੈਕਟੀਕਲੀ ਅਸੀਂ ਖੇਤ ਦੇ ਵਿੱਚ ਜਾ ਕੇ ਦੱਸਦੇ ਸੀ। ਹਰ ਜਿਹੜਾ ਸ਼ਨੀਵਾਰ ਹੈ ਸਵੇਰੇ ਅਸੀਂ 8:30 ਵਜੇ ਜਾ ਕੇ ਸਰਵੇ ਕਰਦੇ ਸੀ। ਸਰਵੇ ਕਰਕੇ ਜੋ ਡਾਟਾ ਇਕੱਠਾ ਕੀਤਾ ਹੁੰਦਾ ਸੀ ਉਹਦਾ ਅਸੀਂ ਪੂਰਾ ਵਿਸ਼ਲੇਸ਼ਣ ਕਰਦੇ ਸੀਗੇ, ਔਸਤ ਕੱਢਦੇ ਸੀਗੇ, ETL ਨਾਲ ਕੰਪੇਅਰ ਕਰਦੇ ਸੀ। ਤੇ ਕੁਛ ਕੀੜੇ ਜਿਹੜੇ ਅਸੀਂ ਖੇਤ ਵਿੱਚ ਦੇਖੇ ਹੁੰਦੇ ਸੀ ਉਹਨਾਂ ਦਾ ਜਿਹੜਾ ਅਸੀਂ ਜਾਣਕਾਰੀ ਦਿੰਦੇ ਹੁੰਦੇ। ਸੋ ਇਸ ਤਰ੍ਹਾਂ ਅਸੀਂ 2016 ਦੇ ਵਿੱਚ ਇੱਕ ਖੇਤ ਵਿੱਚ ਟਰਾਇਲ ਕੀਤਾ ਤੇ ਅਗਲੇ ਸਾਲ ਅਸੀਂ ਜਿਹੜਾ ਉਸੇ ਸੀਜ਼ਨ ਦੇ ਵਿੱਚ ਅਸੀਂ ਇਹ ਕੀਤਾ ਕਿ ਕੁਝ ਜਿਹੜੇ ਪੰਜਾਬ ਦੇ ਕਿਸਾਨ ਸੀਗੇ, ਜੀਂਦ ਤੋਂ ਉਹਨਾਂ ਨੂੰ ਆਉਣਾ ਬੜਾ ਮੁਸ਼ਕਲ ਸੀ। ਰਾਤ ਨੂੰ ਉਹ ਜੀਂਦ ਤੋਂ ਤਕਰੀਬਨ 9-10 ਵਜੇ ਰਾਤ ਨੂੰ ਉਹ ਜੀਂਦ ਸਟੇਸ਼ਨ ਤੇ ਆਉਂਦੇ ਸੀ। 3 ਵਜੇ ਟ੍ਰੇਨ ਚੱਲਦੀ ਸੀ ਜੋ ਮਾਨਸਾ 6-6:30 ਵਜੇ ਪਹੁੰਚਦੀ ਸੀ। ਉੱਥੋਂ ਫਿਰ ਕਿਸਾਨ ਉਹਨਾਂ ਨੂੰ ਖੇਤਾਂ 'ਚ ਲੈ ਕੇ ਆਉਂਦਾ ਸੀ, 25-30 ਕਿਲੋਮੀਟਰ ਦੂਰ ਪੈ ਜਾਂਦਾ ਸੀਗਾ। ਸੋ ਇਹਨਾਂ ਰਾਤ ਨੂੰ ਸਾਰਾ ਸਟੇਸ਼ਨ ਤੇ ਕੱਟ ਕੇ ਸਵੇਰੇ ਆਉਣਾ ਉਹਨਾਂ ਲਈ ਵੀ ਕਰਨ ਬੜਾ ਔਖਾ ਸੀ, ਪਰ 14 ਹਫ਼ਤੇ ਉਹ ਲਗਾਤਾਰ ਆਉਂਦੇ ਰਹੇ। ਸੋ ਅਸੀਂ ਆਪਣੇ ਕਿਸਾਨਾਂ ਨੂੰ, ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਟ੍ਰੇਨ ਕੀਤਾ। ਮੱਤੀ ਪਿੰਡ ਦੇ ਕਿਸਾਨ ਸੀ, ਬਰਨਾਲੇ 'ਚ ਵਾਹਿਗੁਰੂਪੁਰਾ ਤੋਂ ਅੰਮ੍ਰਿਤ ਸਿੰਘ, ਜਗਜੀਵਨ ਸਿੰਘ ਮੌਜੋ ਪਿੰਡ ਤੋਂ ਸੀ, ਜਗਜੀਤ ਸਿੰਘ ਸੀਗੇ ਸਮਾਓ ਤੋਂ, ਹਮੀਰ ਸਿੰਘ ਮੱਤੀ ਪਿੰਡ ਤੋਂ ਹੀ ਸੀ। ਸੋ ਇਸ ਤਰ੍ਹਾਂ ਅਸੀਂ 6-7 ਕਿਸਾਨਾਂ ਦੀ ਜਿਹੜੀ ਆ ਟੀਮ ਤਿਆਰ ਕਰ। ਅਗਲੇ ਸਾਲ ਜਿਹੜਾ ਅਸੀਂ ਇੱਕ ਖੇਤ ਤੋਂ ਵਧਾ ਕੇ 2-3 ਖੇਤ ਜਿਹੜੇ ਆ ਉਹ ਚੁਣ ਲਏ, ਉੱਥੇ ਅਸੀਂ ਜਿਹੜੇ ਆ ਤਜਰਬੇ ਸ਼ੁਰੂ ਕਰ ਦਿੱਤੇ। ਸੋ 2 ਸਾਲ ਸਾਡਾ ਇਸ ਤਰ੍ਹਾਂ ਕੰਮ ਚੱਲਦਾ ਰਿਹਾ। ਉਸ ਤੋਂ ਬਾਅਦ ਅਸੀਂ ਜੀਂਦ ਵਾਲੇ ਕਿਸਾਨਾਂ ਨੂੰ ਫਿਰ ਬੁਲਾਉਣਾ ਥੋੜਾ ਬੰਦ ਕਰ ਦਿੱਤਾ ਕਿ ਸਾਡੇ ਕੋਲ ਆਪਣੀ ਟੀਮ ਜਿਹੜੀ ਆ ਉਹ ਤਿਆਰ ਹੋ ਗਈ ਹੈ,
ਅਸੀਂ ਆਪਣੇ ਪੱਧਰ ਤੇ ਸਾਰਾ ਕੰਮ ਕਰ ਸਕਦੇ ਹਾਂ। ਨਰਮੇ ਦੇ ਨਾਲ ਨਾਲ ਅਸੀਂ ਫਿਰ ਝੋਨੇ ਦੇ ਕੀੜਿਆਂ ਬਾਰੇ ਵੀ, ਗੋਭ ਦੀ ਸੁੰਡੀ, ਪੱਤਾ ਲਪੇਟ ਸੁੰਡੀ, ਟਿੱਡੇ ਬਾਰੇ ਦੱਸਿਆ। ਤੇ ਇਹ ਸਾਰੀਆਂ ਜਿਹੜੀਆਂ ਜਦੋਂ ਅਸੀਂ ਕਾਰਵਾਈਆਂ ਪੂਰੇ ਸੀਜ਼ਨ 'ਚ ਕਰ ਲਈਆਂ, ਉਸ ਤੋਂ ਬਾਅਦ ਅਸੀਂ ਪੀਏਜੀ ਦੇ ਵਿੱਚ ਵਾਈਸ ਚਾਂਸਲਰ ਸਾਹਿਬ ਨੂੰ ਉਹਨਾਂ ਦੀ ਟੀਮ ਦੇ ਨਾਲ ਮਿਲੇ। ਤੇ ਨੈਚੁਰਲ ਫਾਰਮਰ ਐਸੋਸੀਏਸ਼ਨ ਅਸੀਂ 15 'ਚ ਬਣਾ ਚੁੱਕੇ ਸੀਗੇ। ਸੋ ਸਾਡੀ ਟੀਮ ਉਹਨਾਂ ਨੂੰ ਜਾ ਕੇ ਮਿਲੀ ਤੇ ਅਸੀਂ ਉਹਨਾਂ ਨੂੰ ਇੱਕੋ ਰਿਕੁਐਸਟ ਕੀਤੀ ਕਿ ਸਾਨੂੰ ਜਿਹੜਾ ਇਹ ਸਰਬ ਪੱਖੀ ਕੀਟ ਪ੍ਰਬੰਧ ਹੈ, ਇਹਦੀਆਂ ਕਿਤਾਬਾਂ ਜਿਹੜੀਆਂ ਉਹ ਲਿਖ ਕੇ ਦਿੱਤੀਆਂ ਜਾਣ ਯੂਨੀਵਰਸਿਟੀ 'ਚੋਂ ਪੰਜਾਬੀ ਦੇ ਵਿੱਚ। ਅਸੀਂ ਆਪਣੇ ਪੱਧਰ ਤੇ ਚਾਹੇ ਜਿੱਦਾਂ ਵੱਡਾ ਮਰਜ਼ੀ ਕੰਮ, ਜਿੰਨਾ ਚੰਗਾ ਮਰਜ਼ੀ ਕੰਮ ਕਰ ਲਈਏ, ਪਰ ਕਿਸਾਨਾਂ ਦੇ ਵਿੱਚ ਜਿਹੜਾ ਯੂਨੀਵਰਸਿਟੀ ਆ ਉਹਦੀ ਮਾਨਤਾ ਜਿਹੜੀ ਆ ਉਹ ਅਸੀਂ ਨਹੀਂ ਉਹ ਹਾਸਲ ਕਰ ਸਕਦੇ। ਉਹ ਯੂਨੀਵਰਸਿਟੀ ਦੀ ਮਾਨਤਾ। ਜਦੋਂ ਯੂਨੀਵਰਸਿਟੀ ਇਹ ਗੱਲ ਕਰੇਗੀ ਉਦੋਂ ਹੀ ਕਿਸਾਨਾਂ ਦੇ ਵਿੱਚ ਜਿਹੜੀ ਪਹਿਚਾਣ ਬਣੇ। ਤੁਸੀਂ ਲਗਾਤਾਰ ਪੀਏਜੀ ਦੇ ਵਿੱਚ ਵੀ, ਕਿਸਾਨ ਕਲੱਬ ਦੀਆਂ ਮੀਟਿੰਗਾਂ ਵਿੱਚ ਵੀ ਜੀਂਦ ਵਾਲੇ ਫਾਰਮਰਾਂ ਦਾ ਵੀ ਲੈਕਚਰ ਕਰਵਾਉਂਦੇ ਰਹੇ ਹਾਂ। ਅਸੀਂ ਆਪ ਵੀ ਲੈਕਚਰ ਕੀਤੇ, ਆਪਣੇ ਕਿਸਾਨਾਂ ਦਾ ਵੀ ਲੈਕਚਰ ਕਰਵਾਏ ਆ। ਸੋ ਅਸੀਂ ਯੂਨੀਵਰਸਿਟੀ 'ਚ ਉਹਨਾਂ ਨੂੰ ਰਿਕੁਐਸਟ ਕੀਤੀ। ਸਾਡੇ ਜਾਣ ਤੋਂ ਪਹਿਲਾਂ ਹੀ ਵੀਸੀ ਸਾਹਿਬ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਝੋਨੇ ਤੇ ਨਰਮੇ ਦੀਆਂ 2 ਕਿਤਾਬਾਂ ਜਿਹੜੀਆਂ ਉਹ ਛਾਪ ਦਿੱਤੀਆਂ ਹੋਈਆਂ। ਝੋਨੇ ਦੇ ਬਾਸਮਤੀ ਦੇ ਕੀੜਿਆਂ ਦਾ ਸਰਬਪੱਖੀ ਕੀਟ ਪ੍ਰਬੰਧ ਤੇ ਨਰਮੇ ਕਪਾਹ ਦੇ ਕੀੜਿਆਂ ਦਾ ਸਰਬਪੱਖੀ ਕੀਟ ਪ੍ਰਬੰਧ। ਸੋ ਪੰਜਾਬੀ ਵਿੱਚ ਉਹ ਕਿਤਾਬਾਂ ਛਪੀਆਂ ਸਨ ਤੇ ਉਹਦੇ ਵਿੱਚ ਕਲਰ ਫੋਟੋ ਰਾਹੀਂ ਕੀੜੇ ਦਾ ਜੀਵਨ ਚੱਕਰ ਸਾਰਾ ਕੁਝ ਦਿਖਾਇਆ ਹੁੰਦਾ। ਉਹ ਕਿਤਾਬਾਂ ਜਿਹੜੀਆਂ ਤੁਹਾਨੂੰ KVK ਤੋਂ ਮਿਲ ਸਕਦੀਆਂ। ਅੱਜ ਵੀ ਇੱਕ ਲੈਕਚਰ ਸੀਗਾ ਪੀਏਯੂ ਦਾ, ਸੋ ਮੈਨੂੰ ਥੋੜ੍ਹਾ ਜਿਹਾ ਸਮਾਂ ਮਿਲਿਆ ਤਾਂ ਮੈਂ ਉੱਥੇ ਵੀ ਰਿਕੁਐਸਟ ਕੀਤੀ ਸੀ ਸਾਇੰਟਿਸਟਾਂ ਨੂੰ ਕਿ KVK ਦੇ ਵਿੱਚ ਇਹ ਕਿਤਾਬਾਂ ਪਹੁੰਚਾਈਆਂ ਜਾਣ, ਐਗਰੀਕਲਚਰ ਡਿਪਾਰਟਮੈਂਟ 'ਚ ਇਹ ਕਿਤਾਬਾਂ ਪਹੁੰਚਾਈਆਂ ਜਾਣ। ਸੋ ਉਸ ਤੋਂ ਬਾਅਦ 2017 ਦੇ ਵਿੱਚ ਜਦੋਂ ਅਸੀਂ ਇਹ ਤਜਰਬੇ ਕਰ ਲਏ, ਕਿਸਾਨਾਂ ਨੂੰ ਕੌਨਫੀਡੈਂਸ ਹੋ ਗਿਆ ਕਿ ਹਾਂ ਅਸੀਂ ਇਹ ਆਪਣੇ ਪੱਧਰ ਤੇ ਕਰ ਸਕਦੇ ਹਾਂ, ਤਾਂ 17 'ਚ ਅਸੀਂ ਜ਼ਹਿਰ ਮੁਕਤ ਪੰਜਾਬ ਮੁਹਿੰਮ ਜਿਹੜੀ ਆ ਨੈਚੁਰਲ ਫਾਰਮਰ ਐਸੋਸੀਏਸ਼ਨ ਵੱਲੋਂ ਉਹ ਸ਼ੁਰੂ ਕੀਤੀ। ਉਹਦੇ ਵਿੱਚ ਅਸੀਂ ਪੂਰੇ ਸਾਲ ਜਿਹੜਾ ਆ ਪੰਜਾਬ ਦੇ ਲਗਭਗ ਹਰੇਕ ਕੋਨੇ ਵਿੱਚ ਜਾ ਕੇ ਸਰਦੀਆਂ ਦੇ ਵਿੱਚ ਅਸੀਂ ਫਰਵਰੀ ਦੇ ਪਹਿਲੇ ਹਫ਼ਤੇ ਸਰੋਂ ਤੇ ਕਣਕ ਇਹਦੇ ਕੀੜਿਆਂ ਬਾਰੇ ਜਾਣਕਾਰੀ ਦਿੰਦੇ ਸੀ। ਸੋ ਅਸੀਂ ਲਗਭਗ 15-16 ਜ਼ਿਲ੍ਹਿਆਂ ਦੇ ਵਿੱਚ 2-3 ਦਿਨਾਂ ਦੇ ਵਿੱਚ ਅਲੱਗ-ਅਲੱਗ ਕਿਸਾਨ ਜਾ ਕੇ ਜਾਣਕਾਰੀ ਦਿੰਦੇ ਰਹੇ। ਉਸ ਤੋਂ ਬਾਅਦ ਜਿਹੜਾ ਅਸੀਂ ਪਹਿਲੇ 2 ਸਾਲ ਅਸੀਂ ਨਾਭੇ ਦੇ ਵਿੱਚ ਅਪ੍ਰੈਲ ਮਹੀਨੇ ਬੈਂਗਣ ਦੀ ਖੇਤੀ ਜਿਹੜੀ ਆ ਉਹ ਬਿਨਾਂ ਕੀਟਨਾਸ਼ਕਾਂ ਤੋਂ ਉਹ ਕਰਨ ਦਾ ਜਿਹੜਾ ਟਰਾਇਲ ਕੀਤਾ। ਨਾਭਾ ਲਾਗੇ ਇੱਕ ਪਿੰਡ ਕਨਜ਼ੂ ਕਲਾਂ ਪੈਂਦਾ ਸੀ, ਉੱਥੇ ਅਸੀਂ ਤਜਰਬਾ ਕੀਤਾ। 2 ਕਨਾਲ ਅਸੀਂ ਕਿਸਾਨ ਤੋਂ ਬੈਂਗਣ ਜਿਹੜੇ ਆ ਉਹ ਰਕਬਾ ਛਡਾਇਆ ਸੀ ਕਿ 2 ਕਨਾਲ ਤੇ ਤਜਰਬਾ ਕਰਾਂਗੇ ਤੇ ਬਾਕੀ ਜਿਹੜਾ ਆ ਤੁਸੀਂ ਸਿੱਖ ਕੇ ਫਿਰ ਅੱਗੇ ਵਧਾ ਦੇਣਾ। ਪਰ ਬਾਅਦ ਦੇ ਵਿੱਚ ਜਦੋਂ ਫਲ ਆਉਣ ਲੱਗ ਗਿਆ ਤੇ ਅਸੀਂ ਉਹਨਾਂ ਨੂੰ, ਕਿਸਾਨ ਨੂੰ ਕਿਹਾ ਕਿ ਤੁਸੀਂ ਇਸ ਜਿਹੜਾ ਖੇਤ ਆ, ਇਹ ਹਿੱਸਾ ਜਿਹੜਾ ਖੇਤ ਦਾ, ਉਹਦੇ ਵਿੱਚ ਦੱਸੋ ਕਿ ਕਿੰਨਾ ਫਲ ਉਤਰ ਰਿਹਾ, ਉਹ 'ਚੋਂ ਕਿੰਨੇ ਬੈਂਗਣ ਕਾਣੇ ਹੋ ਰਹੇ, ਤੇ ਜਿੱਥੇ ਤੁਸੀਂ ਸਪਰੇਅ ਕਰ ਰਹੇ ਹੋ ਉੱਥੇ ਕਿੰਨੇ ਬੈਂਗਣ ਉਤਰ ਰਹੇ ਤੇ ਉਹਦੇ ਵਿੱਚ ਕਿੰਨੇ ਕਾਣੇ। ਤਾਂ ਉਹ ਕਿਸਾਨ ਨੇ ਦੱਸਿਆ ਉਹਦੇ ਕੋਲ 12-13 ਕਿੱਲਿਆਂ ਵਿੱਚ ਸਬਜ਼ੀ ਦਾ ਕੰਮ ਕਰਦਾ ਸੀ। ਕਹਿੰਦੇ ਮੈਂ ਇੱਕ ਵੀ ਖੇਤ ਦੇ ਵਿੱਚ ਜਿਹੜੀ ਆ ਕੋਈ ਵੀ ਸਪਰੇਅ ਨਹੀਂ ਕੀਤੀ, ਕਿ ਜਦ ਬੈਂਗਣ ਇੱਕ ਸਬਜ਼ੀ ਆ ਉਹਦੇ ਵਿੱਚ ਮੈਨੂੰ ਲੋੜ ਨਹੀਂ ਆ। ਉਹਨਾਂ ਨੂੰ ਕੀੜਿਆਂ ਦੀ ਜਾਣ ਪਛਾਣ ਹੋ ਗਈ, ਕੀੜਿਆਂ ਦੀ ਗਿਣਤੀ ਕਰਨੀ ਆ ਗਈ, ਤੇ ਇਸ ਤਰੀਕੇ ਜਿਹੜਾ ਉਹਨਾਂ ਨੇ ਫਿਰ ਬਾਕੀ ਖੇਤਾਂ 'ਚ ਵੀ ਸਪਰੇਅ ਨਹੀਂ ਕੀਤੀ। ਫਿਰ ਅਸੀਂ ਉਹਨਾਂ ਨੂੰ ਜ਼ਬਰਦਸਤੀ ਕੁਛ ਹਿੱਸੇ ਵਿੱਚ ਸਪਰੇਅ ਕਰਵਾਈ ਤੇ ਉਹ ਕਰਵਾ ਕੇ ਕੰਪੈਰੀਜ਼ਨ ਕੀਤਾ ਤਾਂ ਇਹ ਨਤੀਜਾ ਨਿਕਲਿਆ ਕਿ ਜਿੱਥੇ ਸਪਰੇਅ ਹੁੰਦੀ ਸੀ ਉੱਥੇ ਬੈਂਗਣ ਜ਼ਿਆਦਾ ਕਾਣੇ ਹੋ ਗਏ। ਤੇ 2 ਮਹੀਨੇ ਅਸੀਂ ਕਲਾਸਾਂ ਉੱਥੇ ਚਲਾਈਆਂ, ਅਪ੍ਰੈਲ ਤੇ ਮਈ ਮਹੀਨੇ। ਜੂਨ ਮਹੀਨੇ ਜਿਹੜਾ ਬੈਂਗਣ ਆ ਉਹਦਾ ਮੁੱਲ ਵੈਸੇ ਨਹੀਂ ਮਿਲਦਾ, ਕਿਸਾਨ ਵੈਸੇ ਹੀ ਸਪਰੇਅ ਨਹੀਂ ਕਰਦਾ। ਉਸ ਤੋਂ ਬਾਅਦ ਜਿਹੜਾ ਬੈਂਗਣ ਦਾ ਸੀਜ਼ਨ ਖਤਮ ਹੋ ਜਾਂਦਾ, ਭਾਵੇਂ ਆਮ ਤੌਰ ਤੇ ਕਿਸਾਨ ਜਿਹੜੇ ਸਪਰੇਆਂ ਕਰਕੇ ਉਹਨੂੰ ਅੱਗੇ ਵਧਾਉਂਦੇ ਰਹਿੰਦੇ ਆ, ਪਰ ਕੁਦਰਤੀ ਤੌਰ ਤੇ ਜਿਹੜਾ ਸੀਜ਼ਨ ਆ ਉਹ ਖਤਮ ਹੋ ਜਾਂਦਾ। ਸੋ 2 ਸਾਲ ਅਸੀਂ ਨਾਭੇ ਵਿੱਚ ਇਹ ਤਜਰਬਾ ਕੀਤਾ। ਉਸ ਤੋਂ ਬਾਅਦ 1 ਸਾਲ ਅਸੀਂ ਹੁਸ਼ਿਆਰਪੁਰ ਵਿੱਚ ਕੀਤਾ। ਫਿਰ ਪਿਛਲੇ ਸਾਲ ਜਿਹੜਾ ਅਸੀਂ ਨਹੀਂ ਕਰ ਸਕੇ 2020 ਦੇ ਵਿੱਚ ਕਰੋਨਾ ਦਾ ਲਾਕਡਾਊਨ ਲੱਗਿਆ ਹੋਇਆ ਸੀ। ਇਸ ਸਾਲ ਫਿਰ ਅਸੀਂ ਹੁਸ਼ਿਆਰਪੁਰ 'ਚ ਹੀ ਸ਼ੁਰੂ ਕੀਤਾ ਸੀ। 1 ਮਹੀਨਾ ਕਲਾਸਾਂ ਲਗਾ ਸਕੇ ਅਸੀਂ, ਲਾਕਡਾਊਨ ਦੁਬਾਰਾ ਲੱਗਣ ਕਰਕੇ ਅਸੀਂ ਬੰਦ ਕਰ ਦਿੱਤਾ। ਸੋ ਉਹਦੇ ਵਿੱਚ ਵੀ ਅਸੀਂ ਇਹੀ ਦੇਖਿਆ ਕਿ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਪਈ। ਕਿਸਾਨ ਨੇ ਦੱਸਿਆ ਕਿ ਉਹਨੇ 20-25 ਹਜ਼ਾਰ ਰੁਪਇਆ ਜਿਹੜਾ ਆਪਣੇ ਖੇਤਾਂ 'ਚ ਬਚਾ ਲਿਆ। ਤੇ ਬੈਂਗਣ ਜਿਹੜੇ ਆ ਉਹਦਾ 10% ETL ਹੁੰਦਾ ਤੇ ਉਹ 4-5% ਜਿਹੜੇ ਆ ਬੈਂਗਣ ਉਹਦੇ ਕਾਣੇ ਹੁੰਦੇ ਸੀ। ਜਦਕਿ ਸਬਜ਼ੀਆਂ ਦੇ ਵਿੱਚ ਜਿਹੜਾ ਆ ETL ਕੱਢਣ ਦਾ ਤਰੀਕਾ ਥੋੜਾ ਅਲੱਗ ਹੁੰਦਾ। ਜਿਹੜੇ ਬੈਂਗਣ ਕਾਣੇ ਹੁੰਦੇ ਆ ਕਿ ਉਹਦੇ ਵਿੱਚ ਫੁੱਲ ਤੇ ਜਿਹੜੀਆਂ ਟਾਹਣੀਆਂ ਹੁੰਦੀਆਂ, ਸ਼ਗਾਵਾਂ ਹੁੰਦੀਆਂ ਜਾਂ ਟਿੱਲਰ ਹੁੰਦੇ ਆ, ਉਹਨਾਂ ਦੀ ਵੀ ਗਿਣਤੀ ਕਰਨੀ। ਸੋ ਇਸ ਤਰੀਕੇ ਅਸੀਂ ਸਾਰੀਆਂ ਹੀ ਫਸਲਾਂ ਜਿਹੜੀਆਂ, ਔਰ ਇਸ ਤੋਂ ਬਾਅਦ ਅਸੀਂ ਫਿਰ ਬਰਸਾਤਾਂ ਦੇ ਵਿੱਚ ਜਿਹੜਾ ਆ ਉਹ 2 ਵਾਰੀ ਝੋਨੇ ਦੇ ਕਲਾਸਾਂ ਲਗਾਉਂਦੇ ਸੀ। 1 ਜੁਲਾਈ ਦੇ ਪਹਿਲੇ ਹਫ਼ਤੇ ਜਿਹਦੇ ਵਿੱਚ ਅਸੀਂ ਗੋਭ ਦੀ ਸੁੰਡੀ ਦੀ ਜਾਣਕਾਰੀ ਦਿੰਦੇ ਸੀ ਤੇ ਅਗਸਤ ਦੇ ਪਹਿਲੇ ਹਫ਼ਤੇ ਪੱਤਾ ਲਪੇਟ ਦੀ ਜਾਣਕਾਰੀ ਦਿੰਦੇ। ਜਿਹੜੇ ਕਿਸਾਨਾਂ ਨੇ ਇਹ ਦੋਨਾਂ ਦੀ ਸਪਰੇਅ ਨਹੀਂ ਕੀਤੀ ਉਹਨੂੰ ਭੂਰੇ ਟਿੱਡੇ ਦੀ ਸਪਰੇਅ ਕਰਨ ਦੀ ਵੈਸੇ ਲੋੜ ਨਹੀਂ ਪੈਂਦੀ, ਕਿਉਂਕਿ ਬਹੁਤ ਸਾਰੇ ਜਿਹੜੇ ਕੀੜੇ ਆ ਉਹ ਸਪਰੇਅ ਨਾ ਕਰਨ ਕਰਕੇ ਬਚੇ ਰਹਿੰਦੇ ਆ, ਜਿਹੜੇ ਭੂਰੇ ਟਿੱਡੇ ਨੂੰ ਵਧਣ ਹੀ ਨਹੀਂ। ਤੇ ਪੰਜਾਬ 'ਚ ਹਜ਼ਾਰਾਂ ਕਿਸਾਨ ਨੇ ਜੋ ਇਸ ਤਕਨੀਕ ਨਾਲ ਖੇਤੀ ਕਰ ਰਹੇ ਆ, ਤੇ ਕਾਫੀ ਜਿਹੜੇ ਕਿਸਾਨ ਆ ਉਹਨਾਂ ਨੇ ਪਹਿਲਾਂ ਪੈਸਟੀਸਾਈਡ ਛੱਡੇ ਤੇ ਹੌਲੀ ਹੌਲੀ ਜਿਹੜਾ ਆ ਉਹ ਆਰਗੈਨਿਕ ਖੇਤੀ ਵੱਲ ਵੀ ਵਧ ਰਹੇ।
ਸੋ ਅਸੀਂ ਕਿਤਾਬਾਂ ਵੀ ਕੁਛ ਇਹਦੀਆਂ ਮੈਂ ਗਰੁੱਪਾਂ 'ਚ ਵੀ ਸ਼ੇਅਰ ਵੀ ਕੀਤੀਆਂ ਸੀ। ਸੋ ਪੰਜਾਬੀ 'ਚ ਅਸੀਂ ਜੀਨਤੋ ਵਾਲਿਆਂ ਨੇ ਹਿੰਦੀ ਵਿੱਚ ਕਿਤਾਬਾਂ ਲਿਖੀਆਂ ਸੀ, ਤੇ ਉਹਦੇ ਨਾਲ ਅਸੀਂ ਟਰਾਂਸਲੇਟ ਕਰਕੇ ਜਿਹੜੀਆਂ ਪੰਜਾਬੀ 'ਚ ਤੇ ਅੰਗਰੇਜ਼ੀ 'ਚ ਵੀ ਕਿਤਾਬਾਂ ਲਿਖੀਆਂ, ਉਹ ਗਰੁੱਪਾਂ 'ਚ ਅਸੀਂ ਲਗਾਤਾਰ ਸ਼ੇਅਰ ਕਰਦੇ ਰਹਿੰਦੇ ਹਾਂ। ਮਾਡਰਨ ਖੇਤੀ ਮੈਗਜ਼ੀਨ ਦੇ ਵਿੱਚ ਅਸੀਂ ਕਈ ਵਾਰੀ ਆਰਟੀਕਲ ਰਾਹੀਂ ਉਹਦੀਆਂ ਕਿਤਾਬਾਂ ਜੋ ਲਿਖਿਆ ਸੀ ਉਹ ਵੀ ਪਬਲਿਸ਼ ਕੀਤਾ। ਸੋ ਇਸ ਤਰੀਕੇ ਜਿਹੜੇ ਅਸੀਂ ਇਹ ਜ਼ਹਿਰ ਮੁਕਤ ਪੰਜਾਬ ਮੁਹਿੰਮ ਹੈ, ਸੋ ਉਹਦੇ ਵਿੱਚ ਹੁਣ ਤੱਕ ਅਸੀਂ ਫੀਲਡ ਦੀਆਂ ਸਾਰੀਆਂ ਝੋਨਾ, ਕਣਕ, ਸਰੋਂ, ਗੰਨਾ, ਆਲੂ, ਮੱਕੀ, ਨਰਮਾ, ਇਹ ਸਾਰੀਆਂ ਫਸਲਾਂ ਜਿਹੜੀਆਂ, ਬੈਂਗਣ, ਇਹ ਸਾਰੀਆਂ ਫਸਲਾਂ ਜਿਹੜੀਆਂ ਉਹਦੇ ਕਾਮਯਾਬ ਤਜਰਬੇ ਕਰ ਚੁੱਕੇ ਆ। ਕੁਝ ਫਸਲਾਂ ਹਾਲੇ ਵੀ ਕੱਦੂ ਜਾਤੀ ਦੀਆਂ ਫਸਲਾਂ ਤੇ ਬਾਗ ਜਿਹੜੇ ਉਹਨਾਂ ਤੇ ਕੰਮ ਕਰਨਾ ਬਾਕੀ ਆ। ਸੋ ਇਹ 1.5 ਸਾਲ ਤੋਂ ਤਾਂ ਅਸੀਂ ਕੁਝ ਕਾਰਵਾਈ ਕਰ ਵੀ ਨਹੀਂ ਸਕੇ, ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਜ਼ਰੂਰ ਕਰਾਂਗੇ। ਸੋ ਯੂਨੀਵਰਸਿਟੀ ਵਿੱਚ ਵੀ ਅਸੀਂ ਲਗਾਤਾਰ ਸਾਇੰਟਿਸਟ ਜਿਹੜੇ ਆ ਉਹਨਾਂ ਦੇ ਸੰਪਰਕ 'ਚ ਆ, ਉਹਨਾਂ ਨੂੰ ਬਾਰ-ਬਾਰ ਅਸੀਂ ਰਿਕੁਐਸਟ ਕਰਦੇ ਹਾਂ ਕਿ ਜਿਹੜਾ ਬਾਕੀ ਜਿਹੜੀਆਂ ਫਸਲਾਂ ਹੈਗੀਆਂ ਉਹਨਾਂ ਦਾ ਵੀ ਸਰਬਪੱਖੀ ਕੀਟ ਪ੍ਰਬੰਧ ਆ, ਉਹ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ, ਉਹਦੀਆਂ ਕਿਤਾਬਾਂ ਜਿਹੜੀਆਂ ਕਿਸਾਨਾਂ ਤੱਕ ਜ਼ਰੂਰ ਪਹੁੰਚਾਈਆਂ ਜਾਣ। ਕਿਉਂਕਿ ਜੇ ਯੂਨੀਵਰਸਿਟੀ ਦਾ ਨਾਮ ਹੋਏਗਾ, ਯੂਨੀਵਰਸਿਟੀ ਦੀ ਕਿਤਾਬ ਕਿਸਾਨਾਂ ਤੱਕ ਪਹੁੰਚੇਗੀ, ਤੇ ਉਹ ਸਾਡੇ ਤੇ ਵੀ ਵਿਸ਼ਵਾਸ ਕਰਨਗੇ। ਤੇ ਉਹ ਕਿਤਾਬਾਂ ਜਿਹੜੀਆਂ ਉਹਨਾਂ ਕਿਸਾਨਾਂ ਤੇ ਵੀ ਪਹੁੰਚ ਸਕਦੀਆਂ ਜਿਹੜੀਆਂ ਸਾਡੀ ਲਿਮਟਿਡ ਅਪਰੋਚ ਆ ਕਿ ਅਸੀਂ ਤਾਂ ਕੁਝ ਕਿਸਾਨਾਂ, ਕੁਝ 100 ਕਿਸਾਨਾਂ ਜਾਂ ਕੁਝ ਹਜ਼ਾਰ ਕਿਸਾਨਾਂ ਤੱਕ ਹੀ ਪਹੁੰਚ ਸਕਦੇ ਹਾਂ, ਉਹ ਸਾਰਿਆਂ ਤੱਕ ਉਹ ਪਹੁੰਚ ਜਾਏਗੀ। ਤੇ ਕੁਝ ਵਿਗਿਆਨੀ ਅਫਸਰ ਜਿਹੜੇ ਚੰਗੇ ਆ ਉਹਨਾਂ ਕੋਲੋਂ ਕਿਤਾਬਾਂ ਪਹੁੰਚਣਗੀਆਂ ਤਾਂ ਉਹ ਵੀ ਫੀਲਡ 'ਚ ਕੰਮ ਕਰਨਗੇ। ਸੋ ਇਹ ਸਾਡਾ ਸਫ਼ਰ ਸੀ ਕੀਟ ਸਾਖਰਤਾ ਦਾ। ਸੋ ਜੋ ਅਸੀਂ ਉਹਦੇ ਵਿੱਚ ਸਿਖਾਉਂਦੇ ਹਾਂ, ਇਹਦਾ ਨਾਮ ਜਿਹੜਾ ਜਿੱਦਾਂ ਰੱਖਿਆ ਕੀਟ ਸਾਖਰਤਾ, ਕਿ ਕੀੜਾ ਹੁੰਦਾ ਕੀ ਹੈ ਅਸੀਂ ਉਹ ਸਿਖਾਉਂਦੇ ਹਾਂ, ਕੀੜਾ ਕਰਦਾ ਕੀ ਆ ਅਸੀਂ ਉਹ ਸਿਖਾਉਂਦੇ ਹਾਂ। ਇੱਕ ਕੀੜੇ ਦਾ ਪੌਦੇ ਨਾਲ ਕੀ ਰਿਸ਼ਤਾ ਹੁੰਦਾ, ਇੱਕ ਕੀੜੇ ਦਾ ਦੂਸਰੇ ਕੀੜੇ ਨਾਲ ਕੀ ਰਿਸ਼ਤਾ ਹੁੰਦਾ, ਤੇ ਇਹਨਾਂ ਕੀੜਿਆਂ ਦਾ ਪੌਦਿਆਂ ਦਾ ਕਿਸਾਨ ਦੇ ਨਾਲ ਕੀ ਰਿਸ਼ਤਾ ਹੁੰਦਾ। ਸੋ ਇਹ ਜੋ ਲੜਾਈ ਸੀ ਕੀੜੇ ਔਰ ਕਿਸਾਨ ਦੇ ਵਿੱਚ, ਉਹਨੂੰ ਅਸੀਂ ਹੱਲ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ, ਤੇ ਲਗਾਤਾਰ ਜਿਹੜੀ ਸਾਡੀ ਗਿਣਤੀ ਵੱਧਦੀ ਜਾ ਰਹੀ ਆ ਮਾਹਰ ਕਿਸਾਨਾਂ ਦੀ ਵੀ ਪੰਜਾਬ ਦੇ ਵਿੱਚ, ਤੇ ਜਿਹੜੇ ਕਿਸਾਨ ਇਸ ਤਰ੍ਹਾਂ ਦੀ ਖੇਤੀ ਕਰ ਰਹੇ ਆ ਉਹਨਾਂ ਦੀ ਵੀ ਗਿਣਤੀ ਵੱਧ ਰਹੀ ਆ। ਪਿਛਲੇ ਸਾਲ ਲਾਕਡਾਊਨ ਕਰਕੇ ਅਸੀਂ ਖੇਤਾਂ ਵਿੱਚ ਨਹੀਂ ਜਾ ਸਕੇ, ਤੇ ਆਨਲਾਈਨ ਕਲਾਸਾਂ ਅਸੀਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਸੀਗੀਆਂ, ਉਹ ਵੀ ਬੜੀਆਂ ਕਾਮਯਾਬ ਹੋਈਆਂ। ਇੱਕ ਕਲਾਸ ਜਿਹੜੀ ਆ ਅਸੀਂ ਇੱਥੋਂ ਲਗਾਉਂਦੇ ਸੀ ਪੰਜਾਬ ਤੋਂ, ਇੱਕ ਹਰਿਆਣੇ ਤੋਂ ਵੀ ਲੱਗਦੀ ਸੀ। ਤੇ 2017 ਵਿੱਚ ਵੀ ਇੱਕ ਹੋਰ ਜਿਹੜਾ ਸਾਡੇ ਨਾਲ ਇਸ ਕੰਮ ਨੂੰ ਹੁੰਗਾਰਾ ਭਰਨ ਲਈ ਕੜੀ ਜੁੜੀ, ਤਲਵੰਡੀ ਸਾਬੋ ਥਰਮਲ ਪਲਾਂਟ, ਉਹਨਾਂ ਦਾ ਕਿਸਾਨਾਂ ਨਾਲ ਆਲੇ ਦੁਆਲੇ ਪਿੰਡਾਂ ਵਿੱਚ ਕਾਫੀ ਰੌਲਾ ਰਹਿੰਦਾ ਸੀਗਾ, ਤੁਹਾਡੇ ਵਿੱਚ ਵੀ ਕੁਝ ਕਿਸਾਨ ਹੋਣਗੇ। ਉਹ ਪਲਾਂਟ ਨਾਲ ਪ੍ਰਦੂਸ਼ਣ ਹੁੰਦਾ, ਹੋਰ ਕਈ ਸਮੱਸਿਆਵਾਂ ਸੀ। ਸੋ ਉਹ ਚਾਹੁੰਦੇ ਸੀ ਕਿ ਅਸੀਂ ਕੁਛ ਇਹੋ ਜਿਹਾ ਕਿਸਾਨਾਂ ਲਈ ਵੀ ਕਰੀਏ ਕਿ ਕਿਸਾਨਾਂ ਨੂੰ ਇਹਦਾ ਲਾਭ ਹੋਵੇ। ਉਹਨਾਂ ਨੇ ਆਪਣਾ ਜਿਹੜਾ CSR ਉਹਨੂੰ ਕਹਿੰਦੇ ਆ, ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ, ਕਿ ਕੋਈ ਵੀ ਜਿਹੜੀ ਕਾਰਪੋਰੇਟ ਆ, ਵੱਡੀ ਕੰਪਨੀ ਆ, ਉਹ ਆਪਣੇ ਪ੍ਰੋਫਿਟ ਦਾ ਕੁਛ ਹਿੱਸਾ ਜਿਹੜਾ ਆ ਸਮਾਜਿਕ ਕੰਮਾਂ ਵਿੱਚ ਖਰਚ ਕਰਨਾ ਉਹਨੂੰ ਲਾਜ਼ਮੀ ਹੁੰਦਾ। ਸੋ ਉਹਨਾਂ ਨੇ 2017 'ਚ ਪ੍ਰੋਜੈਕਟ ਜਿਹੜਾ ਆ ਨਾਭਾ ਫਾਊਂਡੇਸ਼ਨ ਨੂੰ ਦਿੱਤਾ। ਉੱਥੇ ਡਾਕਟਰ ਸੁਰਿੰਦਰ ਕੁਮਾਰ ਜੀ ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ, ਜਿਨ੍ਹਾਂ ਕਰਕੇ ਅਸੀਂ 2017 'ਚ ਬੈਂਗਣ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਸੀ। ਉਹਨਾਂ ਨੇ ਸੰਪਰਕ ਕੀਤਾ ਕਿ ਅਸੀਂ ਮਾਨਸਾ, ਬਠਿੰਡਾ ਦੇ ਪਿੰਡਾਂ ਦੇ ਵਿੱਚ ਕਰਨਾ ਸ਼ੁਰੂ ਕਰ ਸਕਦੇ ਹਾਂ। ਸੋ ਸਾਡੇ ਜਿਹੜੇ ਕਿਸਾਨ ਮਾਹਰ ਸੀਗੇ, ਉਹ ਇੱਕ ਲੜਕਾ ਮੱਤੀ ਪਿੰਡ ਤੋਂ ਜਸਵਿੰਦਰ ਸਿੰਘ, ਸ਼ਾਇਦ ਅੱਜ ਕਲਾਸ ਵੀ ਸ਼ਾਮਿਲ ਹੋਵੇ। ਸੋ ਉਹਨਾਂ ਨੂੰ ਅਸੀਂ ਕਿਹਾ ਕਿ ਇਹ ਮੁੰਡੇ ਕੰਮ ਕਰ ਰਹੇ ਆ, ਸੋ ਇਹਨਾਂ ਨੂੰ ਹੀ ਉਸ ਪ੍ਰੋਜੈਕਟ ਵਿੱਚ ਰੱਖਿਆ ਜਾਵੇ। ਸੋ ਉਹਨਾਂ ਨੇ 20-25 ਪਿੰਡਾਂ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ। ਸੋ ਜਿਹੜੀ ਫੰਡਿੰਗ ਆ ਵੀ, ਉਹ ਫੰਡਿੰਗ ਵੀ ਹੋ ਗਈ। ਤੁਸੀਂ ਕਹਿ ਸਕਦੇ ਹੋ ਕਿ ਹਰ ਦਿਨ ਜਿਹੜੀ ਆ ਉਹ ਬਲਾਕਾਂ ਦੇ ਵਿੱਚ ਕਲਾਸ ਲੱਗਦੀ ਹੈ। ਹੁਣ ਵੀ ਉਹਨਾਂ ਪਿੰਡਾਂ 'ਚ ਹੀ ਇੱਕ ਲੜਕਾ ਕੁਲਜੀਤ ਸਿੰਘ, ਸ਼ਾਇਦ ਅੱਜ ਉਹ ਵੀ ਜੁੜੇ ਹੋਣ ਸਾਡੇ ਨਾਲ, ਉਹਨਾਂ ਦਾ ਤਜਰਬਾ ਸਾਂਝਾ ਕਰ ਸਕਦੇ ਹਾਂ। ਸੋ ਉਹ ਜਿਹੜਾ ਸਾਡਾ ਇਹ ਹੋ ਗਿਆ ਕਿ ਮੈਨੂੰ ਹੁਸ਼ਿਆਰਪੁਰ ਤੋਂ ਜਾਂ ਜਲੰਧਰ ਤੋਂ ਚੱਲ ਕੇ ਉੱਥੇ ਨਹੀਂ ਇੰਨਾ ਦੂਰ ਜਾਣਾ ਹਰ ਰੋਜ਼ ਤਾਂ ਮੇਰੇ ਲਈ ਔਖਾ ਸੀ, ਹਰ ਹਫ਼ਤੇ ਵੀ ਕਈ ਵਾਰੀ ਬੜਾ ਔਖਾ ਹੋ ਜਾਂਦਾ ਸੀ। ਸੋ ਲੋਕਲ ਟੀਮਾਂ ਤਿਆਰ ਹੋਈਆਂ, ਤੇ ਉਹ ਪ੍ਰੋਜੈਕਟ ਜਿਹੜਾ ਹਾਲੇ ਤੱਕ ਚੱਲ ਰਿਹਾ, ਉਹ ਲਗਾਤਾਰ ਉਹ ਕਿਸਾਨ ਜਿਹੜੇ ਆ ਉਹ ਜੁੜ ਰਹੇ ਆ, ਬਿਨਾਂ ਪੈਸਟੀਸਾਈਡ ਤੋਂ ਖੇਤੀ ਕਰ ਰਹੇ ਆ, ਤੇ ਹੁਣ ਹੌਲੀ ਹੌਲੀ ਜਿਹੜਾ ਆ ਆਰਗੈਨਿਕ ਖੇਤੀ ਤੇ ਖੇਤੀ ਵਿਭਿੰਨਤਾ ਵੱਲ ਵੀ ਵੱਧ ਰਹੇ ਆ। ਇਸੇ ਤਰ੍ਹਾਂ ਅਸੀਂ ਜਿਹੜੇ ਵੱਖਰੇ ਵੱਖਰੇ ਜ਼ਿਲ੍ਹੇ ਆ, ਮਾਨਸਾ ਤੋਂ ਨਿਕਲ ਕੇ ਬਠਿੰਡੇ ਵਿੱਚ ਸਾਡੇ ਮਾਨਸਾ ਖੁਰਦ ਪਿੰਡ ਆ, ਤੋਂ ਜਗਸੀਰ ਸਿੰਘ ਜੀ, ਭਾਈ ਰੂਪਾ ਤੋਂ ਅਭਿਅੰਤ ਸਿੰਘ, ਇਹ ਸਾਡੇ ਐਕਸਪਰਟ ਬਣ ਚੁੱਕੇ ਆ। ਇਹ ਆਪਣੇ ਖੇਤ ਦੇ ਵਿੱਚ ਕਿ ਕਿਸਾਨਾਂ ਨੂੰ ਸਿਖਾਉਣ ਲਈ ਦੂਸਰੇ ਖੇਤ 'ਚ ਨਾ ਜਾਣਾ ਪਵੇ, ਉਹਨਾਂ ਦੇ ਖੇਤਾਂ ਵਿੱਚ ਅਸੀਂ ਕਲਾਸਾਂ ਲਗਾਈ ਦੀਆਂ, ਸ਼ਡਿਊਲ ਬਣਾ ਦਈਦਾ। ਹਰੇਕ ਇੱਕ ਅਲੱਗ-ਅਲੱਗ ਦਿਨ ਜਿਹੜੇ ਆ ਜੋ ਕਿਸਾਨਾਂ ਨੂੰ ਸੂਟ ਕਰਦੇ ਆ, ਉਹ ਦੱਸ ਦਿੰਦੇ ਆ ਕਿ ਇਸ ਦਿਨ ਮੇਰੇ ਖੇਤ ਦੇ ਵਿੱਚ ਮੈਂ ਸਰਵੇ ਕਰਨਾ ਹੈ। ਸੋ ਜਿਹੜੇ ਇੱਛੁਕ ਕਿਸਾਨ ਆ ਉਹ ਆ ਕੇ ਜਿਹੜਾ ਸਿੱਖ ਸਕਦੇ ਆ। ਇਸ ਸਾਲ ਦਾ ਸਾਡਾ ਟੀਚਾ ਸੀ ਕਿ ਅਸੀਂ ਬਠਿੰਡਾ, ਮਾਨਸਾ, ਬਰਨਾਲਾ ਵਿੱਚ ਸਾਡੀਆਂ ਟੀਮਾਂ ਬਣ ਗਈਆਂ ਕਿ ਅਸੀਂ ਮੁਕਤਸਰ ਜ਼ਿਲ੍ਹੇ ਦੇ ਵਿੱਚ ਕਲਾਸਾਂ ਲਗਾਈਏ, ਤੇ ਜੇ ਲਾਕਡਾਊਨ ਹਟਦਾ ਹੈ ਤੇ ਅਸੀਂ ਜ਼ਰੂਰ ਖੇਤ ਦੇ ਵਿੱਚ ਜਾ ਕੇ ਕਲਾਸਾਂ ਲਗਾਵਾਂਗੇ, ਕਿਉਂਕਿ ਖੇਤ ਵਿੱਚ ਜ਼ਿਆਦਾ ਵਧੀਆ ਸਿੱਖਿਆ ਜਾਂਦਾ, ਸਾਹਮਣੇ ਦੇਖ ਕੇ ਵਧੀਆ ਸਿੱਖਿਆ ਜਾਂਦਾ। ਫੋਨ ਤੇ ਅਸੀਂ ਉਨਾ ਜ਼ਿਆਦਾ ਵਧੀਆ ਤਰੀਕੇ ਨਾਲ ਨਹੀਂ ਸਿੱਖ ਸਕਦੇ, ਨੌਲੇਜ ਤਾਂ ਜ਼ਰੂਰ ਆ ਜਾਂਦੀ ਹੈ, ਪਰ ਕਈ ਚੀਜ਼ਾਂ ਜਿਹੜੀਆਂ ਪ੍ਰੈਕਟੀਕਲੀ ਨਹੀਂ ਪਤਾ ਲੱਗ ਸਕਦੀ।
ਉਹਦੇ ਲਈ ਅਸੀਂ ਆਨਲਾਈਨ ਕਲਾਸਾਂ ਤਾਂ ਜਾਰੀ ਰੱਖਾਂਗੇ। 27 ਜੂਨ ਤੋਂ ਸਾਡੀਆਂ ਜਿਹੜੀਆਂ ਲਗਾਤਾਰ ਕਲਾਸਾਂ ਸ਼ੁਰੂ ਹੋਣਗੀਆਂ, ਹਰ ਐਤਵਾਰ ਜਿਹੜੀ ਆ ਕਲਾਸ ਲੱਗੇਗੀ। 15 ਕਲਾਸਾਂ ਜਿਹੜੀਆਂ ਅਸੀਂ ਟੋਟਲ ਲਾਉਣੀਆਂ ਹਰ ਹਫਤੇ। ਉਹਦੇ ਵਿੱਚ ਅਸੀਂ 15 ਜਿਹੜੇ ਕੀੜੇ ਆ, 15-16 ਕੀੜੇ ਸ਼ਾਕਾਹਾਰੀ, ਉਹਨਾਂ ਦੀ ਜਾਣਕਾਰੀ ਦੇਵਾਂਗੇ, ਤੇ ਉਹਨਾਂ ਸ਼ਾਕਾਹਾਰੀ ਕੀੜਿਆਂ ਦੇ ਜਿਹੜੇ ਕੁਦਰਤੀ ਕੀਟਨਾਸ਼ੀ ਮਾਸਾਹਾਰੀ ਕੀੜੇ ਆ, ਉਹਨਾਂ ਦੀ ਜਾਣਕਾਰੀ ਦੇਵਾਂਗੇ। ਤੇ ਨਾਲ ਦੀ ਨਾਲ ਅਸੀਂ ਜਿਹੜੇ 16 ਖੁਰਾਕੀ ਤੱਤ ਹੁੰਦੇ ਆ, ਉਹਨਾਂ ਦੀ ਜਾਣਕਾਰੀ ਵੀ ਉਹਦੇ ਵਿੱਚ ਦੇਵਾਂਗੇ ਕਿ ਕਿਹੜਾ ਤੱਤ ਜਿਹੜਾ ਹੈ ਕੀ ਕੀ ਕਰਦਾ ਹੈ, ਕਿੱਥੋਂ ਮਿਲਦਾ, ਉਹ ਕੀ ਕੀ ਉਹਦੇ ਸਾਧਨ ਹੋ ਸਕਦੇ ਆ ਫਸਲਾਂ ਨੂੰ ਦੇਣ ਦੇ, ਤੇ ਉਹ ਫਸਲ ਦੇ ਅੰਦਰ ਜਾ ਕੇ ਕੀ ਕਰਦਾ ਹੈ, ਤੇ ਜਦੋਂ ਫਸਲ ਦੇ ਅੰਦਰ ਜਾ ਕੇ ਜੋ ਉਹ ਤੱਤ ਕਾਰਵਾਈ ਕਰਦਾ ਹੈ, ਉਹ ਤੋਂ ਜੋ ਫਸਲ ਵਿੱਚ ਜੈਵਿਕ ਜਾਂ ਮਾਦਾ ਬਣਦਾ ਹੈ, ਜਾਂ ਉਹਦੇ ਵਿੱਚ ਪੌਸ਼ਟਿਕ ਤੱਤ ਬਣਦੇ ਹਨ, ਉਹ ਇਨਸਾਨ ਜਾਂ ਪਸ਼ੂਆਂ ਵਾਸਤੇ ਕਿਸ ਤਰ੍ਹਾਂ ਕੰਮ ਕਰਦੇ ਆ। ਉਹ ਸਾਰੀ ਜਾਣਕਾਰੀ ਜਿਹੜੀ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਦਿੱਤੀ ਸੀ, ਉਸੇ ਤਰ੍ਹਾਂ ਅਸੀਂ ਜਾਣਕਾਰੀ ਦੇਵਾਂਗੇ। ਸੋ ਡਾਕਟਰ ਸਾਹਿਬ ਨੇ ਜਿੰਨੇ ਵੀ ਕੀੜਿਆਂ ਦੇ ਬਾਰੇ ਖੋਜ ਕੀਤੀ ਹੈ, ਉਹਨਾਂ ਨੇ ਆਪਣੇ ਬਲੌਗ ਜਿਹੜੇ ਆ, ਉਹ ਮੈਂ ਲਿੰਕ ਸ਼ੇਅਰ ਕਰ ਦੂੰਗਾ ਮੈਸੇਜ ਦੇ ਵਿੱਚ, ਉੱਥੇ ਸਾਰੀ ਜਾਣਕਾਰੀ ਦਿੱਤੀ ਹੈ। ਮੇਰੇ YouTube ਚੈਨਲ ਤੇ, ਡਾਕਟਰ ਦਲਾਲ ਦੇ YouTube ਚੈਨਲ ਤੇ ਬਹੁਤ ਸਾਰੇ ਵੀਡੀਓ ਵੀ ਅਵੇਲੇਬਲ ਹੈ, ਜੋ ਤੁਸੀਂ ਦੇਖ ਸਕਦੇ ਹੋ। ਸੋ ਸਾਰੇ ਕਿਸਾਨਾਂ ਨੂੰ ਇਹੀ ਅਪੀਲ ਹੈ ਕਿ ਇਹਨਾਂ ਕਲਾਸਾਂ ਨੂੰ ਤੁਸੀਂ ਜ਼ਰੂਰ ਅਟੈਂਡ ਕਰਿਓ। ਤੇ ਵਿੱਚ ਜਦੋਂ ਵੀ ਬੂਟਾ ਸਿੰਘ ਜੀ ਨੇ ਰਿਕੁਐਸਟ ਕੀਤੀ ਸੀ, ਤੇ ਜੌਬ ਦੇ ਨਾਲ ਨਾਲ ਸਾਰਾ ਕੁਝ, ਇੰਨੀਆਂ ਕਲਾਸਾਂ, ਸਭ ਕੁਝ ਮੈਨੇਜ ਕਰਨਾ ਟਾਈਮ ਮੇਰੇ ਲਈ ਵੀ ਔਖਾ ਹੈ। ਸੋ ਜਦੋਂ ਵੀ ਮੌਕਾ ਮਿਲਿਆ, ਮੈਂ ਇਸ ਪਲੇਟਫਾਰਮ ਤੇ ਦੁਬਾਰਾ ਕੋਸ਼ਿਸ਼ ਕਰੂੰਗਾ ਤੁਹਾਡੇ ਨਾਲ ਦੁਬਾਰਾ ਜੁੜਨ ਦੀ। ਤੇ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਮਹੱਤਵਪੂਰਨ ਗੱਲ, ਅਸੀਂ ਪਿਛਲੇ ਸਾਲ ਕੋਸ਼ਿਸ਼ ਕਰ ਰਹੇ ਸੀ ਪਰ ਲਾਕਡਾਊਨ ਕਰਕੇ ਨਹੀਂ ਕਰ ਸਕੇ, ਕਿ ਅਸੀਂ BT ਕਾਟਨ ਜਿਹੜਾ ਉਹਦੀ ਖੇਤੀ ਪੰਜਾਬ ਦੇ ਵਿੱਚ ਬੰਦ ਕਰ ਰਹੇ ਹਾਂ। ਹੁਣ ਤੋਂ ਜਿੰਨਾ ਵੀ ਸਾਡੇ ਪ੍ਰੋਗਰਾਮ ਹੋਇਆ ਕਰਨਗੇ, ਉਹ ਜਾਂ ਤਾਂ ਜਿਹੜੇ ਦੇਸੀ ਕਪਾਹ ਦੀ ਖੇਤੀ ਕਰਨਗੇ, ਉਹਨਾਂ ਦੇ ਕਿਸਾਨਾਂ ਦੇ ਖੇਤਾਂ 'ਚ ਕਲਾਸਾਂ ਲੱਗਿਆ ਕਰਨਗੀਆਂ, ਜਾਂ ਜਿਹੜੇ ਆ ਨੌਨ BT ਹਾਈਬ੍ਰਿਡ ਜਿਹੜੇ ਯੂਨੀਵਰਸਿਟੀ ਦੀਆਂ ਵੈਰਾਈਟੀਆਂ ਹੈਗੀਆਂ, ਉੱਥੇ ਜਿਹੜੀ ਉਹਨਾਂ ਦੀ ਜਿਹੜੀ ਖੇਤੀ ਕਰ ਰਹੇ ਹੋਣਗੇ ਕਿਸਾਨ, ਅਸੀਂ ਉਹਨਾਂ ਕਿਸਾਨਾਂ ਦੇ ਜਿਹੜੇ ਖੇਤਾਂ ਵਿੱਚ ਕੰਮ ਕਰਾਂਗੇ। ਤੇ ਜਿਹੜਾ BT ਕਾਟਨ ਵਾਲਾ ਵਹਿਮ ਹੈ, ਜੋ ਕੰਪਨੀਆਂ ਨੇ, ਵਿਗਿਆਨੀਆਂ ਨੇ ਕਿਸਾਨਾਂ ਦੇ ਮਨ 'ਚ ਪਾਤਾ ਹੈ ਕਿ BT ਕਾਟਨ ਆਇਆ ਤਾਂ ਕਰਕੇ ਜਿਹੜਾ ਕੀੜੇ ਆ ਉਹ ਜਾਣੇ ਬੰਦ ਹੋ ਗਏ, ਜਾਂ ਅਮਰੀਕਨ ਦੀ ਸੁੰਡੀ ਜਿਹੜੀ ਆ ਉਹਦੇ ਕਰਕੇ ਖਤਮ ਹੋਈ ਆ, ਇੱਕ ਬਹੁਤ ਵੱਡਾ ਵਹਿਮ ਹੈ। ਕੁਝ ਦਿਨ ਪਹਿਲਾਂ ਮੈਂ ਸ਼ੇਅਰ ਵੀ ਕੀਤਾ ਸੀ ਕਿ ਯੂਨੀਵਰਸਿਟੀ ਦੀ ਆਪਣੀ ਕਿਤਾਬ 'ਚ ਲਿਖਿਆ ਹੋਇਆ ਕਿ 10,000 ਏਕੜ ਦੇ ਵਿੱਚ ਦੇਸੀ ਕਪਾਹ ਦੀ ਖੇਤੀ ਹੁੰਦੀ ਆ ਪੰਜਾਬ ਦੇ ਵਿੱਚ। ਸੋ ਅਸੀਂ ਕੋਈ ਵੀ ਇਹੋ ਜਿਹੀ ਖਬਰ ਨਹੀਂ ਸੁਣੀ ਵੀ ਜਿਹੜੇ 10,000 ਏਕੜ ਦੇ ਵਿੱਚ ਖੇਤੀ ਕਰ ਰਹੇ ਆ ਕਿਸਾਨ, ਉਹਨਾਂ ਦੇ ਅਮਰੀਕਨ ਸੁੰਡੀ ਨੇ ਬਹੁਤ ਜ਼ਿਆਦਾ ਹਮਲਾ ਕਰਤਾ ਹੋਵੇ, ਜਾਂ ਉਹਨਾਂ ਨੂੰ 30-30 35-35 ਸਪਰੇਹਾਂ ਕਰਨੀਆਂ ਹੋਣ। ਸੋ ਆਪਣੇ ਆਪ 'ਚ ਇੱਕ ਯੂਨੀਵਰਸਿਟੀ ਵੱਲੋਂ ਸਬੂਤ ਹੈ ਕਿ ਇਹ BT ਕਾਟਨ ਇੱਕ ਬਹੁਤ ਵੱਡਾ ਵਹਿਮ ਹੈ। ਪਰ ਕਿਸਾਨ ਲਈ ਬੜਾ ਔਖਾ ਹੁੰਦਾ ਇਹ ਚੀਜ਼ਾਂ ਸਮਝਣਾ। ਇਸ ਕਰਕੇ ਅਸੀਂ ਕੁਝ ਕਿਸਾਨ ਜਿਹੜੇ ਆ, ਜਿਸ ਤਰ੍ਹਾਂ ਮੁਕਤਸਰ ਦੇ ਵਿੱਚ ਲੰਬੀ ਢਾਬੀ ਪਿੰਡ ਦੇ ਵਿੱਚ ਸ਼ੇਰ ਬਹਾਦਰ ਸਿੰਘ ਜੀ ਅੱਜ ਜੁੜੇ ਹੋਏ ਆ ਸਾਡੇ ਨਾਲ, ਉਹਨਾਂ ਨੇ ਦੇਸੀ ਕਪਾਹ ਦੀ ਬਿਜਾਈ ਕੀਤੀ ਆ। ਮਾਨਸਾ ਖੁਰਦ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਗਸੀਰ ਸਿੰਘ ਉਹਨੇ ਕੀਤੀ ਹੈ। ਵਾਹਿਗੁਰੂਪੁਰਾ ਵਿੱਚ ਅੰਮ੍ਰਿਤ ਸਿੰਘ ਨੇ ਕੀਤੀ ਹੈ। ਹੋਰ ਵੀ ਕਿਸਾਨ 3-4 ਕਿਸਾਨਾਂ ਨੇ ਦੱਸਿਆ ਸੀ ਜਿਹੜੇ ਇਹਨਾਂ ਦੀ ਖੇਤੀ ਕਰ ਰਹੇ ਆ। ਸੋ ਅਸੀਂ ਜ਼ਰੂਰ ਖੇਤਾਂ ਵਿੱਚ ਤਾਂ ਇੱਕ ਅੱਧੀ ਵਾਰੀ ਜ਼ਰੂਰ ਜਾਵਾਂਗੇ। ਅਗਰ ਲਾਕਡਾਊਨ ਹਟਿਆ ਤੇ ਅਸੀਂ ਪ੍ਰੈਕਟੀਕਲ ਕਲਾਸਾਂ ਵੀ ਲਗਾਵਾਂਗੇ। ਸੋ ਇਹ ਸਾਰੀ ਜਾਣਕਾਰੀ ਸੀ ਕੀਟ ਸਾਖਰਤਾ ਦੀ, ਕਿ ਕਿਸ ਤਰ੍ਹਾਂ ਡਾਕਟਰ ਦਲਾਲ ਨੇ ਕਿਸਾਨਾਂ ਨੂੰ ਸਿਖਾਇਆ, ਤੇ ਕਿਸਾਨਾਂ ਨੇ ਜਿਹੜਾ ਆ ਉਹ ਅੱਗੇ ਦੂਸਰੇ ਕਿਸਾਨਾਂ ਨੂੰ ਸਿਖਾਇਆ। ਸੋ ਡਾਕਟਰ ਸਾਹਿਬ ਨੇ ਇਸ ਤਕਨੀਕ ਨੂੰ ਇੰਨਾ ਸੌਖਾ ਬਣਾ ਦਿੱਤਾ ਕਿ ਜਿਹੜਾ ਇੱਕ ਕਿਸਾਨ ਹੈ, ਉਹੀ ਜਿਹੜਾ ਆ ਇੱਕ ਵਿਗਿਆਨੀ ਹੈ, ਉਹ ਆਪ ਸਿੱਖ ਕੇ ਦੂਸਰਿਆਂ ਨੂੰ ਬੜੇ ਸੌਖੇ ਤਰੀਕੇ ਨਾਲ ਕੁਦਰਤ ਦੇ ਅੰਗ ਸੰਗ ਰਹਿ ਕੇ, ਕੀੜਿਆਂ ਦੇ ਅੰਗ ਸੰਗ ਰਹਿ ਕੇ ਜੀਣਾ ਸਿਖਾ ਸਕਦਾ ਹੈ। ਸੋ ਕਿਸੇ ਦਾ ਸਵਾਲ ਹੋਵੇ ਆਪਾਂ ਜ਼ਰੂਰ ਲਵਾਂਗੇ ਜੀ। ਧੰਨਵਾਦ।